अस्सलाम वालेकुम, आप देख रहे हैं मुहाफ़िज़ पाकिस्तान टीवी और मेरा नाम है हसीबुर रहमान। आज हम नए एक इंटरव्यू के साथ आपकी खिदमत में हाज़िर हैं और बहुत सारे वो हमारे भाई जो यूनान आने के ख्वाहिशमंद हैं या वो हमारे भाई जो ऑलरेडी यूनान में मुकीम हैं और इसलिए नए से नए चेहरे मुतारफ़ करवाते हैं ताकि लोगों को आइडिया हो जाए कि कितनी मुश्किल और कितनी आसानी है डंकी लगाने में और यूरोप पहुँचकर बाद बाद में अपने आप को सेटल करने में। जी, अस्सलाम वालेकुम। वालेकुम अस्सलाम। जी भाई, ਤੁਹਾਡਾ ਨਾਂ ਕੀ ਹੈ? मेरा नाम नईम शहजाद है। ਪਾਕਿਸਤਾਨ ਕਿਹੜੀ ਜਗ੍ਹਾ ਦੇ? मैं गुजरात दा। ਅੱਛਾ, ਯੂਨਾਨ ਕਿੰਨੀ ਦੇਰ ਹੋ ਗਈ ਹੈ? ਮੈਨੂੰ ਆਲਮੋਸਟ 8 ਸਾਲ ਹੋ ਗਏ ਨੇ। 8 ਸਾਲ ਹੋ ਗਏ ਨੇ। ਤੇ ਪਾਕਿਸਤਾਨ ਜਦੋਂ ਤੁਸੀਂ ਨਿਕਲੇ ਹੋ ਫੁੱਲ ਡੰਕੀ ਤੇ ਆਏ ਹੋ? ਜੀ ਬਿਲਕੁਲ। ਕਿੰਨਾ ਕੁ ਆਸਾਨ ਹੈ ਤੇ ਕਿੰਨਾ ਕੁ ਮੁਸ਼ਕਲ ਹੈ? ਇਹ ਸਰ ਕੁਝ ਨਾ ਪੁੱਛੋ, ਬੜਾ ਮੁਸ਼ਕਲ ਕੰਮ ਜੇ। ਐਡਾ ਆਸਾਨ ਨਹੀਂ ਹੈ। ਅਸੀਂ ਲੋਕੀ ਤਾਂ ਕਹਿੰਦੇ ਆ ਚਲੋ ਜੀ ਯੂਰਪ ਪਹੁੰਚ ਗਏ ਆ, ਇੱਥੇ ਆ ਕੇ ਤਸਵੀਰਾਂ ਬਣਾ ਲਈਆਂ। ਪਾਕਿਸਤਾਨ ਵਾਲਿਆਂ ਨੂੰ ਲੱਗਦਾ ਹੈ ਕਿ ਬੜੇ ਸੈੱਟ ਨੇ, ਬੜੇ ਖੁਸ਼ ਨੇ, ਲੇਕਿਨ ਮੈਂ ਤੁਹਾਨੂੰ ਸਹੀ ਗੱਲ ਦੱਸਾਂ, ਇਹ ਬੜਾ ਮੁਸ਼ਕਲ ਕੰਮ ਜੇ। ਜਾਨ ਦਾ ਬੜਾ ਰਿਸਕ ਹੁੰਦਾ ਹੈ। ਇਹ 50% ਚਾਂਸ ਹੁੰਦੇ ਨੇ ਕਿ ਬੰਦਾ ਬਚ ਜੇ ਜਾਂ ਮਰ ਜੇ। ਬਿਲਕੁਲ। ਅੱਛਾ, ਜਦੋਂ ਤੁਸੀਂ ਪਾਕਿਸਤਾਨ ਤੋਂ ਨਿਕਲੇ ਹੋ ਤੇ ਪੈਦਲ ਹੀ ਸਾਰਾ ਸਫ਼ਰ ਕੀਤਾ ਹੈ ਕਿ ਜਾਂ ਈਰਾਨ ਕਿਸ ਤਰ੍ਹਾਂ ਆਏ ਤੇ ਈਰਾਨ ਤੋਂ ਅੱਗੇ ਕੀ ਤੁਰਕੀ ਤੱਕ ਕਿਸ ਤਰ੍ਹਾਂ ਪਹੁੰਚੇ? ਸਰ ਅਸਲ ਵਿੱਚ ਸਾਡੀ ਜਿਹੜੀ ਹੈ ਨਾ ਡੰਕੀ ਸ਼ੁਰੂ ਹੋ ਗਈ ਸੀ ਕੋਇਟਾ ਤੋਂ ਹੀ। ਕੋਇਟਾ ਤੋਂ ਹੀ ਸਾਨੂੰ ਉਹਨਾਂ ਨਾਲ ਬੜਾ ਅਜੀਬ ਤਰੀਕੇ ਨਾਲ ਬੱਸ ਦੇ ਵਿੱਚ ਇੱਕ ਛੱਤ ਸੀ, ਉਹਦੇ ਉੱਤੇ ਪਿਆ ਸੀ ਫਰੂਟ। ਉਹਦੇ ਵਿੱਚ ਇੰਨੀ ਕੁ ਸਾਰੀ ਉਹਨਾਂ ਇੱਕ ਫੁੱਟ ਕੁ ਜਗ੍ਹਾ ਰੱਖੀ ਸੀ, ਉੱਥੇ ਸਾਨੂੰ ਇਹਨਾਂ ਤਕਰੀਬਨ 20 ਬੰਦਿਆਂ ਨੂੰ ਬਿਠਾ ਦਿੱਤਾ। ਅਤੇ ਉੱਥੇ ਬੜਾ ਨਾ ਅਸੀਂ ਮੁਸ਼ਕਿਲ ਹੋ ਕੇ ਵਿੱਚ ਫਿੱਟ ਆਏ, ਜਗ੍ਹਾ ਥੋੜ੍ਹੀ ਜਿੰਨੀ ਸੀ, ਫਸ ਫੁਸ ਕੇ ਆਏ। ਉੱਥੋਂ ਹੀ ਸਾਡੀ ਡੰਕੀ ਸ਼ੁਰੂ ਹੋ ਗਈ ਸੀ। ਉਸ ਜਗ੍ਹਾ ਤੋਂ ਲੈ ਕੇ ਐਂਡ ਤੱਕ ਅਸੀਂ ਜ਼ਲੀਲ ਹੀ ਹੁੰਦੇ ਆਏ ਹਾਂ, ਸੁੱਖ ਦਾ ਸਾਹ ਨਹੀਂ ਆਇਆ। ਅੱਛਾ, ਜਦੋਂ ਤੁਸੀਂ ਕੋਇਟੇ ਤੋਂ ਬੱਸ ਤੋਂ ਅੱਗੇ ਨਿਕਲੇ ਤੇ ਅੱਗੇ ਪੈਦਲ ਕਿੰਨਾ ਕੁ ਸਫ਼ਰ ਕੀਤਾ? ਪੈਦਲ ਕਾਫੀ ਸਾਰਾ ਅਸੀਂ ਪੈਦਲ ਟੁਰੇ ਹਾਂ। ਕਦੀ ਗੱਡੀਆਂ ਆ ਜਾਂਦੀਆਂ ਹਨ, ਕਦੀ ਕਾਰ ਵਗੈਰਾ ਆ ਜਾਂਦੀ ਸੀ, ਸਾਨੂੰ ਲੈ ਜਾਂਦੀ ਸੀ, ਥੋੜ੍ਹਾ ਜਿਹਾ ਸਫ਼ਰ ਕਰਾਉਂਦੀ ਸੀ ਅਤੇ ਫਿਰ ਪੈਦਲ ਚੱਲੀਦਾ ਸੀ। ਯਾਨੀ ਕਿ ਈਰਾਨ ਦੇ ਵਿੱਚ ਵੀ ਸਫ਼ਰ ਕਰਦੇ ਰਹੇ ਹੋ? ਹਾਂਜੀ, ਈਰਾਨ ਦੇ ਵਿੱਚ ਵੀ ਅਸੀਂ ਕਾਫੀ ਸਾਰਾ ਪੈਦਲ ਚੱਲੇ ਹਾਂ। ਮੈਂ CI ਦੇ ਬ੍ਰਾਂਡਡ ਬੂਟ ਲੈ ਕੇ ਆਇਆ ਅਤੇ ਉਹ ਜਨਾਬ ਮੇਰੇ ਅੱਧੇ ਰਸਤੇ ਹੀ ਫਟ ਗਏ ਸਨ, ਟੁੱਟ ਗਏ ਹਨ। ਤੇ ਰਸਤੇ 'ਚ ਮਾਰਦੇ ਕੁੱਟਦੇ ਨਹੀਂ ਹਨ ਤੁਹਾਨੂੰ? ਨਹੀਂ, ਮਾਰਿਆ ਕੁੱਟਿਆ ਤਾਂ ਕੋਈ ਨਹੀਂ ਕਿਸੇ, ਲੇਕਿਨ ਵੈਸੇ ਭੁੱਖ ਯਾਨੀ ਪਿਆਸ ਖਾਣ ਪੀਣ ਐਨੇ ਵੀ ਨਹੀਂ ਚਲੋ ਹੈ ਕੋਈ? ਨਹੀਂ ਖਾਣ ਪੀਣ ਨਹੀਂ ਹੈ। ਤੇ ਈਰਾਨ ਕਿੰਨੇ ਦਿਨ ਰਹੇ ਹੋ? ਈਰਾਨ ਪਾਕਿਸਤਾਨ ਨੂੰ ਨਿਕਲੇ ਸਾਂ ਜਿਸ ਵੇਲੇ, ਉੱਥੋਂ ਲੈ ਕੇ ਤੇ ਤੁਰਕੀ ਪਹੁੰਚਣ ਤੱਕ ਸਾਨੂੰ 27 ਦਿਨ ਲੱਗ ਗਏ ਸਨ। ਯਾਨੀ ਕਿ ਈਰਾਨ ਤਕਰੀਬਨ ਕਿੰਨੇ ਦਿਨ ਲੱਗੇ? 27 ਦਿਨ। 27 ਦਿਨ ਸਿਰਫ ਹਾਂਜੀ ਈਰਾਨ? ਬਿਲਕੁਲ। ਤੇ ਅੱਗੋਂ ਤੁਰਕੀ ਤੁਸੀਂ ਕਿਸ ਤਰ੍ਹਾਂ ਪਹੁੰਚੇ, ਯਾਨੀ ਪੈਦਲ ਹੀ ਕਿ ਜਾਂ ਅੱਗੇ ਕੋਈ ਗੱਡੀਆਂ ਵਗੈਰਾ? ਪੈਦਲ ਹੀ ਅਸੀਂ ਬਾਰਡਰ ਕ੍ਰਾਸ ਕੀਤਾ। ਇੱਕ ਪਹਾੜੀ ਜੀ ਸੀ, ਉੱਥੇ ਜਨਾਬ ਉਹਨਾਂ ਸਾਨੂੰ ਚਾੜਿਆ ਅਤੇ ਫਿਰ ਉੱਥੋਂ ਢਲਾਨ ਸੀ ਕਾਫੀ ਸਾਰੀ, ਉੱਥੋਂ ਅਸੀਂ ਭੱਜਦੇ ਭੱਜਦੇ ਲੈਣ ਲੱਗ ਪਏ। ਕਾਫੀ ਸਾਰੇ ਮੁੰਡੇ ਡਿੱਗ ਵੀ ਪਏ, ਜ਼ਖਮੀ ਵੀ ਹੋਏ, ਲੇਕਿਨ ਉਹ ਕਹਿੰਦੇ ਸਨ ਕਿ ਜਿਸ ਵੇਲੇ ਤੁਸੀਂ ਪਹਾੜੀ ਲੈ ਜਾਣੀ ਫਿਰ ਤੁਹਾਡਾ ਬਾਰਡਰ ਪਾਰ ਹੋ ਜਾਣਾ। ਪਹਾੜੀ ਲੈ ਕੇ ਅਤੇ ਫਿਰ ਅਸੀਂ ਸਾਹ ਲਿਆ। ਤੁਰਕੀ ਤਕਰੀਬਨ ਮੈਂ 7 ਤੋਂ 8 ਮਹੀਨੇ ਰਿਹਾ। ਤੇ ਤੁਰਕੀ ਕੋਈ ਕੰਮ ਕੀਤਾ ਜਾਂ ਨਹੀਂ? ਹਾਂਜੀ, ਕੰਮ ਮਾੜਾ ਮੋਟਾ ਕਰਦਾ ਰਿਹਾ ਵਾਂ, ਖਰਚਾ ਪਾਣੀ ਚਲਾਉਂਦਾ ਰਿਹਾ ਵਾਂ। ਖਾਸ ਕੰਮ ਐਡਾ ਹੈ ਤਾਂ ਨਹੀਂ ਸੀ, ਲੇਕਿਨ ਖਰਚੇ ਪਾਣੀ ਵਾਸਤੇ ਕਰਨਾ ਪੈਂਦਾ ਫਿਰ। ਤੇ ਤੁਰਕੀ ਤੋਂ ਫਿਰ ਅੱਗੇ ਯੂਨਾਨ ਪਹਿਲੀ ਡੰਕੀ 'ਚ ਆਏ ਹੋ ਜਾਂ ਬਾਰ-ਬਾਰ? ਨਹੀਂ, ਮੈਂ ਕਾਫੀ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਨੇ। ਪਹਿਲੀ ਵਾਰੀ ਵਿੱਚ ਜਿਹੜਾ ਬੰਦਾ ਪਹੁੰਚ ਜਾਂਦਾ ਉਹ ਬੜਾ ਖੁਸ਼ਕਿਸਮਤ ਹੁੰਦਾ, ਲੇਕਿਨ ਮੈਂ ਤਕਰੀਬਨ ਚੌਥੀ ਡੰਕੀ ਵਿੱਚ ਪਹੁੰਚਿਆ ਹਾਂ। ਚੌਥੀ ਡੰਕੀ 'ਚ ਤੁਸੀਂ ਪਹੁੰਚੇ ਹੋ ਤੇ ਯੂਨਾਨ ਵਾਲਿਆਂ ਮਾਰਿਆ ਜਾਂ ਤੁਰਕੀ ਵਾਲਿਆਂ ਮਾਰਿਆ ਤੇ ਨਹੀਂ ਫੜਨ ਤੋਂ ਬਾਅਦ? ਨਹੀਂ, ਮਾਰਿਆ ਤਾਂ ਨਹੀਂ ਨੇ। ਵੈਸੇ ਸਾਨੂੰ ਇੱਕ ਵਾਰੀ ਕੈਂਪ ਵਿੱਚ ਸੁੱਟਿਆ ਹਨ, 3-4 ਦਿਨ ਉੱਥੇ ਰੱਖਿਆ ਹਨ, ਅਤੇ ਇੱਕ ਵਾਰੀ ਇਹਨਾਂ ਸੱਟ ਦਾ ਬੜੀ ਦੂਰ ਕੋਈ ਸ਼ਹਿਰ ਸੀ ਦਿਆਰ ਬਾਕਰ, ਉੱਥੇ ਉਹਨਾਂ ਸਾਨੂੰ ਸੱਟਤਾ। ਉੱਥੋਂ ਫਿਰ ਵਾਪਸ ਆਉਂਦਿਆਂ ਬੜੀ ਮੁਸ਼ਕਿਲ ਪੇਸ਼ ਆਈ ਸੀ। ਤੇ ਜਦੋਂ ਤੁਸੀਂ ਯੂਨਾਨ ਪਹੁੰਚ ਗਏ ਹੋ, ਯੂਨਾਨ ਕਿੰਨੇ ਟਾਈਮ 'ਚ ਤੁਸੀਂ ਪਹੁੰਚ ਗਏ, ਯਾਨੀ ਜਦੋਂ ਤੁਸੀਂ ਕਾਮਯਾਬ ਹੋਏ ਹੋ 2 ਘੰਟੇ 4 ਘੰਟੇ 10 ਘੰਟੇ ਕਿੰਨੇ ਦੇਰ 'ਚ ਪਹੁੰਚ ਗਏ ਸਰ ਤੁਰਕੀ ਤੋਂ ਯੂਨਾਨ? ਤੁਰਕੀ ਤੋਂ ਯੂਨਾਨ ਜਿਹੜੀ ਆਖਰੀ ਡੰਕੀ ਸੀ ਸਾਡੀ, ਉਹਦੇ ਵਿੱਚ 14 ਦਿਨ ਲੱਗ ਗਏ ਸਨ। 14 ਦਿਨ? ਤੇ ਬਿਲਕੁਲ। 14 ਦਿਨ ਤੁਸੀਂ ਪੈਦਲ ਆਉਂਦੇ ਰਹੇ ਹੋ ਜਾਂ ਗੱਡੀਆਂ ਚੇਂਜ ਕਰਦੇ ਰਹੇ ਹੋ, ਬੱਸਾਂ ਵਗੈਰਾ? ਨਹੀਂ ਨਹੀਂ, ਬਿਲਕੁਲ ਪੈਦਲ। ਕੋਈ ਗੱਡੀ ਨਹੀਂ ਸੀ, ਕੋਈ ਬੱਸ ਨਹੀਂ। ਜੋ ਹੀ ਨਹਿਰ ਪਾਰ ਕੀਤੀ ਅਸੀਂ ਪੈਦਲ ਹੀ ਟੁਰਦੇ ਰਹੇ ਹਾਂ ਜੰਗਲਾਂ ਵਿੱਚ। ਕਣਕ ਦਾ ਮੌਸਮ ਸੀ, ਕਣਕਾਂ ਦੇ ਵਿੱਚ ਚੋਰੀ ਚੋਰੀ ਲੁੱਕ ਲੁੱਕ ਕੇ ਅਤੇ ਜਨਾਬ ਫਿਰ ਅਸੀਂ ਪਹੁੰਚੇ ਹਾਂ ਇੱਕ ਇਹਨਾਂ ਦਾ ਕੋਈ ਸ਼ਹਿਰ ਸੀ ਜਾਂ ਕਸਬਾ ਸੀ, ਮੇਘਾਲੋ ਨਾਂ ਹੈ ਉਹਦਾ। ਉੱਥੇ ਫਿਰ ਨਾਲ ਜੰਗਲ ਸੀ, ਉੱਥੇ ਅਸਾਂ 3-4 ਦਿਨ ਸਟੇ ਕੀਤਾ। ਫਿਰ ਉੱਥੋਂ ਸਾਨੂੰ ਜਨਾਬ ਇੱਕ ਗੱਡੀ ਆਈ ਹੈ ਅਤੇ ਉਹ ਲੈ ਗਈ ਹੈ। ਯਾਨੀ ਕਿ ਇੰਨਾ ਦੇਰ ਤੁਸੀਂ ਰਸਤੇ 'ਚ ਰਹੇ ਹੋ ਤਾਂ ਖਾਣ ਪੀਣ ਵਗੈਰਾ ਤੁਹਾਨੂੰ ਅਫੋਰਡ ਕਰਦੇ ਸਨ, ਯਾਨੀ ਕੋਈ ਚੀਜ਼ ਨਹੀਂ? ਖਾਣ ਪੀਣ ਜਨਾਬ ਸਾਨੂੰ ਜਿਹੜਾ ਏਜੰਟ ਸੀ ਨਾ ਉਹ ਧੋਖਾਬਾਜ਼ ਸੀ ਸਾਡਾ। ਉਹਨੇ ਕਿਹਾ ਸੀ ਕਿ ਤੁਸੀਂ 18 ਘੰਟੇ ਵਿੱਚ ਯੂਨਾਨ ਪਹੁੰਚ ਜਾਓਗੇ, ਲੇਕਿਨ ਅਸੀਂ ਪੈਕ ਕੀਤੇ ਅਸੀਂ ਸਮਾਨ 18 ਘੰਟੇ ਦਾ, ਚਨੇ ਵਗੈਰਾ, ਰੋਟੀਆਂ, ਖੂਬਸ ਸੁਰਾਂ ਪਰਾਂ ਇਹ ਚੀਜ਼ਾਂ ਹੁੰਦੀਆਂ ਨੇ, ਅਸੀਂ ਪੈਕ ਕੀਤੇ ਅਸੀਂ। ਲੇਕਿਨ ਉੱਥੇ ਸਾਨੂੰ 18 ਘੰਟਿਆਂ ਦੀ ਬਜਾਏ 14 ਦਿਨ ਲੰਘ ਗਏ ਅਤੇ ਉਹ 18 ਘੰਟਿਆਂ ਦੇ ਸਮਾਨ ਨਾਲ ਅਸੀਂ 14 ਦਿਨ ਕੱਢੇ, ਅੱਗੋਂ ਅੰਦਾਜ਼ਾ ਲਾ ਲਓ।
ਤੇ ਬਾਕੀ ਰਸਤੇ 'ਚ ਕੋਈ ਯੂਨਾਨ ਦੇ ਜਿਹੜੇ ਕਸਬੇ ਵਗੈਰਾ ਆਉਂਦੇ ਨੇ ਜਾਂ ਪਿੰਡ ਵਗੈਰਾ ਆਉਂਦੇ ਨੇ, ਉੱਥੇ ਕੋਈ ਖਾਣ ਪੀਣ ਵਾਲੀ ਕੋਈ ਚੀਜ਼ ਨਹੀਂ ਤੁਹਾਨੂੰ ਮਿਲ ਸਕੀ? ਖਾਣ ਪੀਣ ਇੱਕ ਵਾਰੀ ਉਹ ਜਿਹੜਾ ਡੰਕਰ ਸੀ ਨਾ ਸਾਡਾ, ਉਹਨੇ ਸਾਡੇ ਕੋਲ ਪੈਸੇ ਇਕੱਠੇ ਕੀਤੇ 50-50 ਯੂਰੋ। ਉਹਨੇ ਇੱਕ ਟਾਈਮ ਦੀ ਰੋਟੀ ਲਿਆ ਕੇ ਦਿੱਤੀ ਸੀ ਸਾਨੂੰ। ਨਹੀਂ ਕੋਈ ਆ ਫਰੂਟ ਵਗੈਰਾ ਤੇ ਯੂਨਾਨ 'ਚ ਮਾਸ਼ਾਅੱਲਾ ਬਹੁਤ ਜ਼ਿਆਦਾ, ਤੁਹਾਨੂੰ ਨਹੀਂ ਕਿਤੇ ਕੋਈ ਚੀਜ਼ ਲੱਭੀ? ਹਾਂਜੀ, ਅਨਫੋਰਚੂਨੇਟਲੀ ਜਿਹੜਾ ਫਰੂਟ ਸੀ ਨਾ ਉਸ ਟਾਈਮ ਤੇ ਸੇਬ ਸਨ ਤੇ ਉਹ ਕੱਚੇ ਸਨ। ਕੱਚੇ ਵੀ ਲੇਕਿਨ ਖਾਂਦੇ ਰਹੇ ਹੋ? ਖਾਂਦੇ ਰਹੇ। ਫਿਰ ਯੂਨਾਨ ਦਾ ਸ਼ੁਕਰੀਆ ਤੇ ਅਦਾ ਕਰਨਾ ਬਿਲਕੁਲ ਬਣਦਾ ਕਿ ਸ਼ੁਕਰੀਆ ਅਦਾ ਕਰਨਾ ਬਣਦਾ ਹੈ, ਇਸ ਧਰਤੀ ਨੇ ਸਾਨੂੰ ਦਿੱਤਾ ਵੇ ਖਾਣਾ, ਖੁਰਾਕ ਦਿੱਤੀ ਹੈ। ਮਾਸ਼ਾਅੱਲਾ, ਕਿਉਂ ਨਹੀਂ, ਯੂਨਾਨ ਦੀ ਵੀ ਖੈਰ ਮੰਗਣੀ ਚਾਹੀਦੀ ਹੈ। ਬਿਲਕੁਲ। ਔਰ 8 ਸਾਲ ਦਾ ਐਕਸਪੀਰੀਅੰਸ ਹੁਣ ਤੁਹਾਡੇ ਨਾਲ ਥੋੜਾ ਜਿਹਾ ਗੁਫ਼ਤਗੂ ਕਰਨਾ ਚਾਹੁੰਦੇ ਉਹਦੇ ਤੇ, ਯਾਨੀ ਕਿ ਜਦੋਂ ਤੁਸੀਂ ਯੂਨਾਨ ਪਹੁੰਚੇ, ਆਪਣਾ ਕੋਈ ਅਜ਼ੀਜ਼, ਕੋਈ ਰਿਸ਼ਤੇਦਾਰ ਯੂਨਾਨ 'ਚ ਹੈ ਸੀ ਕਿ ਜਾਂ ਵਨ ਮੈਨ ਆਰਮੀ ਵਾਲਾ ਹਿਸਾਬ ਰਿਹਾ ਹੈ? ਮੇਰੇ ਅਜ਼ੀਜ਼ ਅਕਾਰਬ ਹੈ ਤੇ ਸਹੀ ਸਨ, ਲੇਕਿਨ ਵਨ ਮੈਨ ਆਰਮੀ ਵਾਲਾ ਹਿਸਾਬ ਰਿਹਾ ਵੇ। ਐਡਾ ਖਾਸ ਉਹਨਾਂ ਮੈਨੂੰ ਸਪੋਰਟ ਨਹੀਂ ਕੀਤਾ। ਤੇ ਫਿਰ ਜਨਾਬ ਮੈਨੂੰ ਰੈਫਰ ਕੀਤਾ ਗਿਆ ਇਜਾਜ਼ ਭੱਟ ਸਾਹਿਬ ਕੋਲ, ਤੇ ਉਹਨਾਂ ਮੇਰੀ ਖਸੂਸਨ ਦੇਖਭਾਲ ਕੀਤੀ। ਇਜਾਜ਼ ਭੱਟ ਸਾਹਿਬ ਕਿੱਥੋਂ ਬਿਲੋਂਗ ਕਰਦੇ ਨੇ? ਉਹ ਵੀ ਸਾਡੇ ਗੁਜਰਾਤ ਦੇ ਨੇ, ਸਾਡੇ ਦਾਦਕੇ ਮਹੱਲੇ ਦੇ ਵਿੱਚ ਨਾ। ਫਿਰ ਭੱਟ ਸਾਹਿਬ ਦਾ ਸ਼ੁਕਰੀਆ ਅਦਾ ਬਿਲਕੁਲ, ਉਹਨਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਵਾ ਜਿਹਨਾਂ ਮੈਨੂੰ ਸਪੋਰਟ ਕੀਤਾ, ਤੇ ਉਹਨਾਂ ਹੀ ਅਸਲ ਵਿੱਚ ਮੇਰੀ ਨਾ ਬਾਂਹ ਫੜੀ ਹੈ, ਨਹੀਂ ਤੇ ਮੈਂ ਸੜਕਾਂ ਤੇ ਹੀ ਰੁਲਿਆ ਹੋਣਾ ਸੀ। ਚਲੋ ਅੱਲਾਹ ਤਾਲਾ ਦੀ ਜ਼ਾਤ ਹੁੰਦੀ ਹੈ, ਉਹ ਵਸੀਲਾ ਬਣ ਗਏ ਭੱਟ ਸਾਹਿਬ, ਅੱਲਾਹ ਉਹਨਾਂ ਤੁਹਾਨੂੰ ਨੂੰ ਪਤਾ ਜਿਸ ਵੇਲੇ ਨਵਾਂ ਬੰਦਾ ਆਵੇ ਤੇ ਫਿਰ ਰਹਿਣ ਬਹਿਣ ਦਾ ਜਿਹੜਾ ਨਿਜ਼ਾਮ ਨਹੀਂ ਲੱਗਦਾ, ਤੇ ਇਹ ਮੇਰੀ ਬੜੀ ਮਦਦ ਹੋਈ ਕਿ ਮੈਨੂੰ ਉਹ ਲੱਭ ਗਏ। ਤੇ ਕਿੰਨੀ ਦੇਰ ਤੱਕ ਯੂਨਾਨ 'ਚ ਫਰਗ ਰਹੇ ਹੋ ਜਦੋਂ ਪਹੁੰਚ ਗਏ ਉਸ ਤੁਸੀਂ? ਦੇਖੋ ਜੀ, ਕੰਮ ਤੇ ਮੈਂ ਆਉਂਦੇ ਹੀ ਲੱਗ ਗਿਆ ਸਾਂ, ਲੇਕਿਨ ਫ੍ਰੀ ਲੈਵਲ ਤੇ ਹੀ ਕੰਮ ਕਰਦਾ ਰਿਹਾ ਮੈਂ, ਪੈਸੇ ਚਾਰਜ ਨਹੀਂ ਸਾਂ ਕਰਦਾ। ਜ਼ੁਬਾਨ ਵਗੈਰਾ ਸਿੱਖਦਾ ਰਿਹਾ ਮੈਂ 3-4 ਮਹੀਨੇ ਤੱਕ ਨਾ, ਫ੍ਰੀ ਕੰਮ ਕਰਦਾ ਰਿਹਾ। ਫਿਰ ਹੌਲੀ ਹੌਲੀ ਇੱਕ ਦੋਸਤ ਸੀ ਮੇਰਾ ਆਪਣਾ ਪਿੰਡ ਦਾ ਸੀ, ਉਹਨੇ ਜਨਾਬ ਮੈਨੂੰ ਕੰਮ ਤੇ ਲਵਾਇਆ। 15 ਯੂਰੋ ਤੇ ਮੈਂ ਕੰਮ ਤੇ ਲੱਗਾ। ਉੱਥੇ ਕੋ ਮੈਂ ਸਾਲ ਕੁ ਕੰਮ ਕੀਤਾ 15 ਯੂਰੋ। ਕਾਹਦੇ ਕੰਮ ਤੇ ਲਵਾਇਆ? ਇਹ ਸਟਰੀਟ ਬਾਜ਼ਾਰ ਨਹੀਂ ਹੁੰਦੇ ਲਾਇਕੀ, ਉਹਦੇ ਵਿੱਚ। ਹਾਂਜੀ। ਤੇ ਹੁਣ ਕੀ ਕੰਮ ਕਰ ਰਹੇ ਹੋ ਮੌਜੂਦਾ? ਇਹ ਵੀ ਮੈਂ ਫਿਲ ਵਕਤ ਉਹ ਹੀ ਕੰਮ ਕਰ ਰਿਹਾ ਵਾਂ ਕਿ ਅੱਲਾ ਦਾ ਸ਼ੁਕਰ ਹੈ, ਹੁਣ ਕਾਫੀ ਬਿਹਤਰ ਆ, ਚੰਗਾ ਖਾਂਦਾ ਪਕਾਨਾ ਤੇ ਬਹੁਤ ਬਿਹਤਰ ਹੈ ਪਹਿਲੇ ਨਾਲੋਂ। ਯਾਨੀ ਕਿ ਹੁਣ ਜਿਹੜੀ ਇੱਥੇ ਪਾਕਿਸਤਾਨੀ ਆਵਾਮ ਹੈ ਜਾਂ ਦੂਸਰੇ ਜਿਹੜੀ ਯੰਗ ਯੂਥ ਹੈ ਪਾਕਿਸਤਾਨ ਤੋਂ ਯੂਨਾਨ ਆਉਣ ਚਾਹੁੰਦੇ ਨੇ ਜਾਂ ਕਿਸੇ ਵੀ ਯੂਰਪ 'ਚ ਆਉਣਾ ਚਾਹੁੰਦੇ ਨੇ, ਜੀ। ਤੁਸੀਂ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਉਹਨਾਂ ਨਾਲ ਕੀ ਸ਼ੇਅਰ ਕਰਨਾ ਚਾਹੁੰਦੇ ਹੋ? ਕੀ ਮੈਸੇਜ ਉਹਨਾਂ ਨੂੰ ਡਿਲੀਵਰ ਕਰਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਉਣਾ ਚਾਹੀਦਾ ਔਰ ਕਿਹਦੇ ਤੇ ਟਰਸਟ ਕਰਕੇ ਆਉਣਾ ਚਾਹੀਦਾ? ਬਿਲਕੁਲ, ਮੈਂ ਜ਼ਰੂਰ ਮੈਸੇਜ ਦੇਣਾ ਚਾਹਾਂਗਾ। ਬਰਲ ਮੈਂ ਪਹਿਲੇ ਕਹਾਂਗਾ ਕਿ ਢੋਲ ਦੂਰੋਂ ਵੱਜਦੇ ਸੋਹਣੇ ਲੱਗਦੇ ਨੇ, ਬਿਲਕੁਲ। ਤੇ ਜਿਸ ਵੇਲੇ ਬੰਦਾ ਪਹੁੰਚਦਾ, ਜਿਸ ਵੇਲੇ ਉਹਦੇ ਆਪਣੇ ਆਪ ਤੇ ਬੀਤਦੀ ਹੈ, ਫਿਰ ਪਤਾ ਲੱਗਦਾ ਹੈ ਕਿ ਕੀ ਨਿਜ਼ਾਮ ਹੈ ਜ਼ਿੰਦਗੀ ਹੈ। ਲੇਕਿਨ ਬਿਹਤਰ ਹੈ ਇਹ ਕਿ ਉੱਥੇ ਆਪਣਾ ਪਾਕਿਸਤਾਨੀ ਕੋਈ ਨਿਜ਼ਾਮ ਬਣਾਉਣ। ਹੁਣ ਜੇ ਤੇ ਇਲੀਗਲ ਆਉਣਾ ਤਾਂ ਬਿਲਕੁਲ ਨਾ ਹੋ, ਕਿਉਂਕਿ ਹੁਣ ਪਹੁੰਚਦੇ ਨਹੀਂ ਹੈ ਬੰਦੇ। ਪਹਿਲੇ ਤਾਂ ਚਲੋ 5-7 ਲੱਖ ਵਿੱਚ ਬੰਦਾ ਪੜ ਜਾਂਦਾ ਸੀ, ਲੇਕਿਨ ਹੁਣ ਜਿਹੜੇ ਪੈਸੇ ਲੱਗਦੇ ਨੇ ਨਾ ਬਾਈ ਏਅਰ ਵੀਜ਼ੇ ਤੇ, ਜਿਹੜੇ ਏਜੰਟ ਚਾਰਜ ਕਰਦੇ ਨੇ ਪਏ 50 ਤੋਂ 60 ਲੱਖ ਰੁਪਇਆ ਚਾਰਜ ਕਰਦੇ ਨੇ। ਉਹ ਜਿਹਨੇ 50-60 ਲੱਖ ਰੁਪਇਆ ਦੇਣਾ ਮੇਰਾ, ਜਿਹੜਾ ਦੇ ਸਕਦਾ, ਉਹ ਇਹ ਹੀ ਬਿਹਤਰ ਹੈ ਕਿ ਉਹ ਹੀ 50-60 ਲੱਖ ਰੁਪਇਆ ਇਨਵੈਸਟ ਕਰੇ ਉੱਥੇ ਪਾਕਿਸਤਾਨ, ਤੇ ਆਪਣਾ ਬਿਜ਼ਨਸ ਕਰੇ, ਤੇ ਆਪਣਾ ਆਪਣੇ ਘਰਦਿਆਂ ਤੇ ਬੀਵੀ ਬੱਚਿਆਂ ਦਾ ਪੇਟ ਪਾਲੇ। ਸਭ ਤੋਂ ਬਿਹਤਰ ਹੈ। ਜ਼ਿੰਦਾਬਾਦ। ਤੇ ਸ਼ਾਦੀशुदा ਹੋ ਜਾਂ ਨਹੀਂ? ਨਹੀਂ, ਮੈਂ ਅਨਮੈਰਿਡ। ਅਨਮੈਰਿਡ ਹੋ। ਤੇ ਹੁਣ ਜਿਹੜੀ ਯੂਨਾਨ 'ਚ ਪਾਕਿਸਤਾਨੀ ਯੰਗ ਯੂਥ ਹੈ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਕੰਮ ਵੀ ਕੋਈ ਨਹੀਂ ਕਰਦੇ ਜਾਂ ਦੂਸਰੇ ਤੀਸਰੇ ਮਾਮਲਾਤਾਂ ਦੇ ਵਿੱਚ ਇਨਵਾਲਵ ਹੋ ਜਾਂਦੇ, ਜਿਸ ਤਰ੍ਹਾਂ ਕੋਈ ਕ੍ਰਾਈਮ ਦੇ ਰਸਤਾ ਅਪਣਾ ਲੈਂਦਾ, ਕੋਈ ਨਸ਼ਾ ਤਮਾਸ਼ਾ ਕਰਨ ਲੱਗ ਪੈਂਦਾ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਆਪਣੇ ਪ੍ਰਦੇਸ਼ ਤੋਂ ਜਦੋਂ ਬੰਦਾ ਦੂਸਰੀ ਕੰਟਰੀ ਆਉਂਦਾ ਤਾਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰੇ ਤਾਂ ਬੈਸਟ ਹੈ? ਸਰ, ਮੈਂ ਨਾ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਸਾਡੇ ਜਿਹੜੇ ਜਵਾਨ ਨੇ ਨਾ, ਇਹ ਜ਼ਿਆਦਾ ਸੋਚਦੇ ਨਹੀਂ ਹੈ। ਇਹਨਾਂ ਦਾ ਦਿਲ ਹੁੰਦਾ ਹੈ ਕਿ ਕੋਈ ਸ਼ਾਰਟਕਟ ਜ਼ਰੀਏ ਨਾਲ ਪੈਸੇ ਕਮਾਏ ਜਾਣ। ਉਹ ਇਸ ਵਜ੍ਹਾ ਤੋਂ ਨਾ ਫਿਰ ਗਲਤ ਐਕਟੀਵਿਟੀਜ਼ ਵਿੱਚ ਆਪਣੇ ਆਪ ਨੂੰ ਸ਼ੁਮਾਰ ਕਰ ਲੈਂਦੇ ਨੇ। ਕੋਈ ਸਿਗਰਟ ਵੇਚਦਾ, ਕੋਈ ਉਰਾਂ ਪਰਾਂ, ਜੋ ਵੀ ਤੁਹਾਨੂੰ ਪਤਾ ਹੈ ਜੋ ਹੁੰਦਾ ਪਿਆ। ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਹੈ। ਇਹਦੇ ਨਾਲ ਉਹ ਆਪਣੇ ਮੁਲਕ ਦਾ ਵੀ ਨਾਂ ਬਦਨਾਮ ਕਰ ਰਹੇ ਨੇ, ਤੇ ਆਪਣੇ ਆਪ ਦਾ ਵੀ, ਤੇ ਆਪਣੇ ਵਾਲਿਦੈਨ ਦਾ ਵੀ। ਬਿਲਕੁਲ ਸਹੀ ਗੱਲ ਹੈ। ਔਰ ਉਹਨਾਂ ਨੂੰ ਤੁਸੀਂ ਇਹ ਹੀ ਦੱਸਣਾ ਚਾਹੁੰਦੇ ਹੋ ਕਿ ਮਿਹਨਤ ਕਰੋ ਬਸ? ਜਾਂ ਮਿਹਨਤ ਕਰੋ, ਮਿਹਨਤ ਵਿੱਚ ਵੀ ਬੰਦਾ ਪੈਸੇ ਕਮਾ ਸਕਦਾ ਹੈ, ਅੱਗੇ ਵੱਧ ਸਕਦਾ ਹੈ, ਤੇ ਨਾਲੇ ਉਸ ਚੀਜ਼ ਦਾ ਮਜ਼ਾ ਵੀ ਆਉਂਦਾ ਹੈ, ਤੇ ਨਾਲੇ ਬਰਕਤ ਵੀ ਹੁੰਦੀ ਹੈ। ਅੱਛਾ, ਯੂਨਾਨ ਦੇ ਕੋਈ ਦੋਸਤ ਮੁਖਲਸ ਮਿਲੇ ਨੇ ਜਾਂ ਪਾਕਿਸਤਾਨ ਕੋਈ ਦੋਸਤ ਅਜ਼ੀਜ਼ ਮੁਖਲਸ ਹੈ ਸਨ? ਨਹੀਂ, ਦੋਸਤ ਤੇ ਮੇਰੇ ਪਾਕਿਸਤਾਨ 2 ਦੋਸਤ ਨੇ ਮੇਰੇ, ਉਹ ਵੀ ਵੈਸੇ ਹੁੰਦੇ ਤੇ ਅਬਰਾਡ ਹੀ ਨੇ। ਇੱਕ ਦੁਬਈ ਹੁੰਦਾ, ਇੱਕ ਇਟਲੀ ਹੁੰਦਾ। ਉਹ ਸਕੂਲ ਟਾਈਮ ਤੋਂ ਨਾ ਮੇਰੇ ਦੋਸਤ ਨੇ। ਉਹਨਾਂ ਜਿਹਾ ਦੋਸਤ ਨਹੀਂ ਮਿਲਿਆ, ਤੇ ਵੈਸੇ ਦੋਸਤ ਜੀਦਾਰ ਦਿਲਦਾਰ ਬੜੇ ਮਿਲੇ ਨੇ। ਬੜੇ ਮਿਲੇ ਨੇ। ਹੁਣ ਕੋਈ ਐਸਾ ਦੋਸਤ ਹੈ ਉਹਨਾਂ 2 ਬੰਦਿਆਂ ਤੋਂ ਇਲਾਵਾ, ਚਲੋ ਉਹ ਤੇ ਤੁਹਾਡੇ ਬਚਪਨ ਦੇ ਦੋਸਤ ਨੇ, ਜਿਹੜਾ ਹੁਣ ਤੁਹਾਨੂੰ 8 ਸਾਲ ਦੇ ਅਰਸੇ 'ਚ ਮਿਲਿਆ ਹੋਏ ਤੇ ਜਿਹਦੇ ਤੇ ਤੁਹਾਨੂੰ ਵੀ ਫਖਰ ਹੋਏ ਕਿ ਯਾਰ ਇਸ ਬੰਦੇ ਨਾਲ ਮਿਲਣ 'ਚ ਬਹਿਣ 'ਚ ਵਾਕਈ ਮਜ਼ਾ ਹੈ? ਬਿਲਕੁਲ, ਇਹ ਇੰਝ ਦਾ ਹੈ। ਇੱਕ ਦੋਸਤ, ਉਹਦਾ ਨਾਮ ਹਮਜ਼ਾ ਵੇ, ਤੇ ਮੇਰੇ ਨਾਲ ਹੀ ਰਹਿੰਦਾ ਹੈ। ਤੇ ਬਿਲਕੁਲ ਮੇਰੇ ਨਾਲ ਹੀ ਰਹਿੰਦਾ। ਜਿੱਥੇ ਜ਼ਰੂਰਤ ਪੈਂਦੀ ਹੈ, ਜਿੱਥੇ ਉੱਚੀ ਨੀਵੀਂ ਹੁੰਦੀ ਹੈ, ਅੱਪੜ ਪੈਂਦਾ। ਉਹਦਾ ਹੈ ਬੜਾ ਜਿਹੜਾ ਨਾ ਅੱਛਾ, ਸੋਹਣਾ। ਤੁਸੀਂ ਆਪਣੇ ਦੋਸਤ ਹਮਜ਼ਾ ਨੂੰ ਕਾਲ ਕਰੋ ਹਾਂ ਤੇ ਉਹਦੇ ਕੋਲ ਕੋਈ ਪੈਸੇ ਮੰਗੋ ਹਾਂ ਭਲਾ, ਕੀ ਆਂਦਾ? ਹੁਣੇ ਕਰ ਲੈਂਦੇ ਆ ਜਨਾਬ।
ਬੜੇ ਪੈਸੇ ਕਮਾਉਂਦਾ, ਛੱਡੋ ਜਿੰਨੀ ਵੀ ਸੈਲਰੀ। ਨਹੀਂ ਉਸ ਤਰੀਕੇ ਨਾਲ ਹੀ ਤੁਸੀਂ ਵੀ ਮੰਗੋ ਨਾ ਜਿੰਨੇ ਕੋ ਅਫੋਰਡ ਕਰ ਸਕੇ ਨੇ, ਕਿ ਇੱਕ ਬੰਦਾ 1000 ਜਾਂ 2000 ਤਕਰੀਬਨ ਇੰਨਾ ਕਿ 1000 1200 1400 ਤੱਕ ਸੈਲਰੀ ਯੂਨਾਨ ਦੇ ਅੰਦਰ ਹੈ ਵੇ, ਜਿਹੜੀ ਮੈਕਸਿਮਮ ਚੱਲ ਰਹੀ, ਜਾਂ ਜਿਹੜੀ ਜੈਨੂਅਨ ਤਰੀਕੇ ਨਾਲ ਉਹ ਤੇ ਤਕਰੀਬਨ ਇੱਕ ਵਿਦਨ 1000 ਹੈ ਨਾ, 1000 ਤੋਂ ਬਿਲਕੁਲ ਥੱਲੇ ਹੀ ਹੈ। ਤੇ ਇੱਕ ਬੰਦਾ ਫਰਜ਼ ਕਰੋ 1000 ਕਮਾਉਂਦਾ ਤੇ ਕੋਈ ਬੰਦਾ 10000 ਮੰਗੇ ਤੇ ਸਮਝੋ ਚਿੱਟਾ ਜਵਾਬ ਹੈ। ਤੇ ਬਿਲਕੁਲ ਇਹ ਗੱਲ ਤੇ ਤੁਹਾਡੇ ਬਾਕੀ ਨਹੀਂ ਗੱਲ ਸਹੀ। ਇਹ ਕਹਿਣਾ ਚਾਹੁੰਦੇ ਆ ਕਿ ਮੁਖਲਸ ਦੋਸਤ ਦੀ ਗੱਲ ਤੁਸੀਂ ਕੀਤੀ ਹੈ ਤੇ ਪਤਾ ਲੱਗੇ ਕਾਲ ਕਰੋ ਉਹਨੂੰ, ਕਹੋ ਬਈ ਇੰਨੇ ਪੈਸੇ ਚਾਹੀਦੇ, ਤੁਸੀਂ ਕੋਈ 200-400 ਮੰਗੋ, ਇੰਨੇ ਬੜਾ ਹੈ। ਚਲੋ 200-400 ਮੰਗ ਲੈਂਦੇ ਆ। ਤੇ ਤੇ ਲਾਈਵ ਹੀ ਚਲਾਣਾ, ਜੇ ਨਾ ਕਿ ਫੋਨ ਕੱਟ ਕਰੋ ਤੇ ਮੈਸੇਜ ਵੀ ਨਾ ਕਰੋ, ਸਾਰੇ ਵੇਖ ਰਹੇ ਨੇ ਭਾਈ। ਹੁਣ ਲਾਈਵ ਕਰ ਲੈਂਦੇ ਆ ਜਨਾਬ। ਕਰੋ ਸੁਕਾਲ, ਲਾਊਡ ਇਹ ਸਪੀਕਰ ਲਾਊਡ ਸਪੀਕਰ ਆਨ ਹੋ ਗਿਆ। ਮੇਰਾ ਖਿਆਲ ਉਹਨੇ ਫੋਨ ਹੀ ਨਹੀਂ ਚੁੱਕਣਾ। ਨਹੀਂ ਨਹੀਂ, ਫੋਨ ਨਾ ਚੁੱਕੇ ਐਡੀ ਕਿਹੜੀ ਗੱਲ ਹੈ। ਹਾਂ ਉਂਝ ਕਿਧਰੇ ਬਿਜ਼ੀ ਹੋਵੇ ਤੇ ਫਿਰ ਅਲੱਗ ਗੱਲ ਹੈ, ਵੈਸੇ ਫੋਨ ਨਹੀਂ ਛੱਡਦਾ। ਜੇ ਬਿਜ਼ੀ ਹੋਇਆ ਤੇ ਬਾਅਦ ਚ ਜਿਸ ਵੇਲੇ ਵੇਖੇ ਤਾਂ ਬਾਅਦ ਚ ਕਰ ਲੈਦਾ। अस्सलाम वालेकुम। ਵਾਲੇਕਮ ਅਸਲਾਮ। ਹਮਜ਼ਾ ਕੀ ਹਾਲ ਹੈ? ਠੀਕ ਹੈ अल्लाह दा शुक्र है। नहीं तू सुना। ਕਰਮ ਮਾਲਕ ਦਾ। ਤੇ ਕਿੱਥੇ ਵੇ? मैं ते घर बैठे हैं यार। ਯਾਰ ਐਮਰਜੈਂਸੀ ਨਾ ਇੱਕ 500 ਯੂਰੋ ਦੀ ਲੋੜ ਪੈ ਗਈ ਸੀ, ਉਹ ਤੇ ਮੇਰੇ ਬੈਂਕ ਵਿੱਚ ਟ੍ਰਾਂਸਫਰ ਕਰੀ। इस वक्त होनी चाहिए ने। ਹਾਂ ਹੋਣੀ ਚਾਹੀਦੇ ਨੇ। चल ठीक है, मैंने 2 मिनट का टाइम देते, इंशाल्लाह हो जाना काम। ਜੀ ਠੀਕ ਹੈ, ਮਿਹਰਬਾਨੀ। ਮੈਂ ਮਿਲਣਾ ਫਿਰ। ਹਾਂ ਖੁਦਾ ਹਾਫਿਜ਼। ਕਰ ਦੇਣਗੇ। ਕਰ ਦਿੰਦੇ, ਕਿਉਂ ਨਹੀਂ ਕਰਨ ਦੇ। ਅੱਛਾ, ਜਿੰਨੇ ਵੀਰ ਭਰਾ ਵੀਡੀਓ ਨੂੰ ਵੇਖ ਰਹੇ ਹੋ ਨਾ, ਮਤਲਬ ਇਹ ਨਹੀਂ ਕਿ ਯਾਨੀ ਕਿ ਤੁਹਾਨੂੰ ਡਿਸਾਈਡ ਕਰਨਾ ਮਤਲਬ ਨਹੀਂ, ਮਤਲਬ ਇਹ ਵੇ ਕਿ ਮੁਖਲਸ ਬੰਦੇ ਦਾ ਪਤਾ ਤੇ ਲੱਗਦਾ ਨਾ ਬੰਦੇ ਨੂੰ। ਇਸ ਤਰ੍ਹਾਂ ਵੈਸੇ ਤੇ ਕਹਿਣ ਨੂੰ ਬੰਦੇ ਤੇ ਬੜੇ ਜਿਹੇ ਦੋਸਤ ਹੁੰਦੇ ਨੇ ਔਰ ਫਖਰ ਹੈ ਤੁਹਾਨੂੰ ਉਸ ਬੰਦੇ ਤੇ। ਬਿਲਕੁਲ ਅੱਛਾ, ਵੈਸੇ ਵੀ ਅਗਰ ਕੋਈ ਮਸਲਾ ਮਸਾਇਲ ਬਣੇ ਤੇ ਸਟੈਂਡ ਬਾਈ ਨਾਲ ਹੀ। ਬਿਲਕੁਲ ਸਟੈਂਡ ਬਾਈ। ਵੈਰੀ ਗੁੱਡ, ਹੋ ਗਿਆ। ਤੇ ਹੁਣ ਇੱਕ ਮੈਸੇਜ ਹੋਰ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਆ, ਯਾਨੀ ਕਿ ਛੋਟਾ ਜਿਹਾ ਮੈਸੇਜ, ਤੁਸੀਂ ਜਿਹੜਾ ਸਮਝੋ ਜੀ ਕਿ ਇਹ ਵਾਕਈ ਹੀ ਤਨ ਸਾਡੀ ਪਾਕਿਸਤਾਨੀ ਕਮਿਊਨਿਟੀ ਲਈ ਜਾਂ ਪਾਕਿਸਤਾਨੀਆਂ ਵਾਸਤੇ ਬੈਸਟ। ਤੁਹਾਨੂੰ ਲੱਗਦਾ ਕਿ ਯੂਨਾਨ ਦੇ ਅੰਦਰ ਪਾਕਿਸਤਾਨੀ ਕਮਿਊਨਿਟੀ ਦੇ ਜਿਹੜੇ ਹਾਲਾਤ ਨੇ ਉਹ ਬੜੇ ਯਾਨੀ ਕਿ ਨਾਜ਼ੁਕ ਹੋ ਜਾਂਦੇ ਨੇ ਸਮ ਟਾਈਮ। ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਲੋਕ ਸਾਡੇ ਤੋਂ ਨਫ਼ਰਤ ਕਰਦੇ ਨੇ, ਉਹਦੀ ਵੱਡੀ ਵਜ੍ਹਾ ਕੀ ਹੈ? ਤੁਹਾਨੂੰ ਲੱਗਦਾ ਕਿ ਯੂਨਾਨ ਦੇ ਲੋਕਾਂ 'ਚ ਕੋਈ ਮਿਸਅੰਡਰਸਟੈਂਡਿੰਗ ਜਾਂ ਸਾਡੇ ਲੋਕਾਂ ਦੀ ਕੋਈ ਮਿਸਟੇਕ ਜਾਂ ਗਲਤੀਆਂ ਨੇ? ਸਰ ਇਹਦੇ ਵਿੱਚ ਨਾ ਸਾਡੇ ਆਪਣੇ ਜੀਅ ਨੇ ਨਾ ਜਿਹੜੇ, ਉਹਨਾਂ ਦੀਆਂ ਹੀ ਗਲਤੀਆਂ ਨੇ, ਸਾਡੀਆਂ ਆਪਣੀਆਂ ਹੀ ਗਲਤੀਆਂ ਨੇ। ਮੈਂ ਤੁਹਾਨੂੰ ਸਿੱਧੀ ਤਰ੍ਹਾਂ ਦੱਸਾਂ ਤੇ ਯੂਨਾਨ ਦੇ ਲੋਕ ਜਿਹੜੇ ਨੇ ਬੜੇ ਮੁਖਲਸ ਨੇ ਤੇ ਦਿਲਦਾਰ ਬੰਦੇ ਨੇ, ਕਿਸੇ ਨਾਲ ਚੰਗੀ ਮਾੜੀ ਨਹੀਂ ਕਰਦੇ ਫालतू। ਲੇਕਿਨ ਉਹ ਸਾਡੀਆਂ ਹੀ ਗਲਤੀਆਂ ਨੇ, ਅਸੀਂ ਜਿਹੜਾ ਗਲਤ ਕੰਮ ਕਰਨੇ ਆ ਤੇ ਫਿਰ ਇਹਨਾਂ ਦੀਆਂ ਨਜ਼ਰਾਂ ਵਿੱਚ ਆਉਂਦੇ ਆ ਤੇ ਜਿਹਦੀ ਵਜ੍ਹਾ ਤੋਂ ਸਾਨੂੰ ਨਫ਼ਰਤ ਕਰਦੇ ਨੇ। ਅੱਛਾ, ਤੁਸੀਂ ਹੁਣ ਲੈਕੀ ਦਾ ਕੰਮ ਕਰਦੇ ਹੋ, ਯਾਨੀ ਕਿ ਤੁਸੀਂ ਇੱਕ ਬਾਜ਼ਾਰ ਲਾਉਂਦੇ ਹੋ, ਤੇ ਤੁਹਾਨੂੰ ਤਕਰੀਬਨ ਡੇਲੀ ਬੇਸਿਸ ਤੇ ਜ਼ਿਆਦਾ ਗ੍ਰੀਕ ਲੋਕ ਮਿਲਦੇ ਨੇ ਜਾਂ ਏਸ਼ੀਅਨ ਲੋਕ ਮਿਲਦੇ ਨੇ, ਯਾਨੀ ਜਿਸ ਤਰ੍ਹਾਂ ਪਾਕਿਸਤਾਨ, ਇੰਡੀਅਨ, ਬੰਗਾਲੀ ਨੇ, ਜਾਂ ਇਹਨਾਂ ਲੋਕਾਂ ਨਾਲ ਜ਼ਿਆਦਾ ਵਾਹ ਤੁਹਾਡਾ? ਜੀ ਮੈਨੂੰ ਜ਼ਿਆਦਾਤਰ ਜਿਹੜੇ ਨੇ ਨਾ ਗ੍ਰੀਕ ਲੋਕ ਆਉਂਦੇ ਨੇ, ਉਹ ਹੀ ਮਿਲਦੇ ਨੇ। ਤੇ ਫਾਰਨਰ ਜਿਹੜੇ ਨੇ ਉਹ ਬਹੁਤ ਘੱਟ ਹੁੰਦੇ ਨੇ ਸਾਡੇ ਕੋਲ, ਕਿਉਂਕਿ ਸਾਡਾ ਕੰਮ ਇਸ ਤਰ੍ਹਾਂ ਦਾ ਸੈਂਟਰ ਦੇ ਵਿੱਚ, ਉੱਥੇ ਜ਼ਿਆਦਾਤਰ ਗ੍ਰੀਕ ਹੀ ਹੁੰਦੇ ਨੇ। ਤੇ ਤੁਸੀਂ ਕੀ ਮਹਿਸੂਸ ਕੀਤਾ ਗ੍ਰੀਸ ਦੇ ਲੋਕ ਕੈਸੇ ਨੇ? ਗ੍ਰੀਸ ਦੇ ਲੋਕ ਜਨਾਬ ਮੁਹੱਬਤ ਦੇ ਭੁੱਖੇ ਨੇ। ਕਿਸੇ ਬੰਦੇ ਨਾਲ ਪਿਆਰ ਨਾਲ ਗੱਲ ਕਰ ਲਓ ਤੇ ਉਹ ਤੁਹਾਡਾ ਹੈ। ਤੇ ਬੜੇ ਮੈਚ ਦੇ ਬੰਦੇ ਵੇਖੇ ਨੇ ਜਿਹੜੇ ਨਾ, ਜਿਨ੍ਹਾਂ ਨਾਲ ਪਿਆਰ ਨਾਲ ਗੱਲ ਕਰੀਏ ਤੇ ਉਹ 2 ਵਾਰੀ ਵੱਧ ਕੇ ਪਿਆਰ ਨਾਲ ਗੱਲ ਕਰਦੇ ਨੇ। ਯਾਨੀ ਕਿ ਇਹਦਾ ਮਤਲਬ ਹੈ ਕਿ ਮਿਸਟੇਕਾਂ ਸਿਰਫ ਸਾਡਿਆਂ ਲੋਕਾਂ ਦੀਆਂ ਨੇ। ਮਿਸਟੇਕਾਂ ਬਿਲਕੁਲ ਸਾਡੀਆਂ। ਮੈਂ ਤੁਹਾਨੂੰ ਇੱਕ ਵਾਕਿਆ ਸੁਣਾਉਣਾ ਕਿ ਇੱਕ ਨਾ ਮਾਈ ਕਹਿ ਲਓ, ਜ਼ਿਆਦਾ ਉਮਰ ਹੈ ਉਹਦੀ 17 ਤੋਂ ਉੱਤੇ। ਤੇ ਉਹਨਾਂ ਨੂੰ ਨਾ ਮੈਂ ਉਹ ਬੀਬੀ ਹੋਰਾਂ ਨੂੰ ਮੈਂ ਇੱਕ ਵਾਰੀ ਪਿਆਰ ਨਾਲ ਗੱਲ ਕੀਤੀ ਤੇ ਦੂਜੀ ਵਾਰੀ ਮੈਨੂੰ ਢੂੰਡ ਕੇ ਨਾ ਆਪੇ ਸਲਾਮ ਕਰਦੀ। ਯਾਨੀ ਕਿ ਐਡੇ ਅੱਛੇ ਲੋਕ। ਹਾਂਜੀ ਐਡੇ ਅੱਛੇ ਲੋਕ ਨੇ। ਤੇ ਇੱਕ ਵਾਰੀ ਮੈਂ ਉਹਨਾਂ ਨੂੰ ਨਾ ਇੱਕ ਸ਼ਰਟ ਜਿਹੜੀ ਨਾ ਗਿਫਟ ਕਰਤੀ ਆਪਣੀ ਨੂੰ, ਤੇ ਉਸ ਤੋਂ ਬਾਅਦ ਹੁਣ ਤੱਕ ਜਿੱਥੇ ਮਿਲਦੇ ਨੇ ਬੜੇ ਪਿਆਰ ਨਾਲ ਤੇ ਬੜੇ ਸਲੂਕ ਨਾਲ, ਇੰਜ ਕਿ ਜ਼ਿਕਰ ਮੈਂ ਉਹਨਾਂ ਦਾ ਪੁੱਤਰ ਹਾਂ। ਯਾਨੀ ਕਿ ਇੱਕ ਅਦਬ ਔਰ ਇਹਤਰਾਮ ਦਾ ਜਿਹੜਾ ਨਾ ਮਿਆਰ ਬਣ ਚੁੱਕਿਆ ਹੈ। ਹਾਂਜੀ ਮਾਸ਼ਾਅੱਲਾ, ਜ਼ਿੰਦਾਬਾਦ। ਇਹਦੇ ਇਸ ਤਰ੍ਹਾਂ ਦੇ ਜਿਹੜੇ ਕੰਮ ਹੁੰਦੇ ਨੇ ਨਾ, ਯਾਨੀ ਕਿ ਪਾਕਿਸਤਾਨੀ ਇੰਡੀਅਨ ਜਿਨ੍ਹਾਂ ਨੂੰ ਸਾਡੀ ਲੈਂਗੁਏਜ ਸਮਝ ਆਉਂਦੀ ਹੈ, ਕਿ ਜਦੋਂ ਤੁਸੀਂ ਕਿਸੇ ਨੂੰ ਇੱਜ਼ਤ ਦਿੰਦੇ ਹੋ, ਤੁਹਾਨੂੰ ਕੋਈ ਤੁਹਾਡੀ ਕਦਰ ਕਰਦਾ ਨਾ, ਉਹਦਾ ਹਰਗਿਜ਼ ਮਤਲਬ ਨਹੀਂ ਉਹ ਤੁਹਾਡੇ ਤੋਂ ਡਰਦਾ ਜਾਂ ਕਮਜ਼ੋਰ ਜਾਂ ਕੋਈ ਵਜ੍ਹਾ ਹੈ। ਉਹਦੀ ਵਜ੍ਹਾ ਇਹ ਵੇ ਕਿ ਕੋਈ ਵੀ ਰਿਸ਼ਤਾ ਹੈ ਨਾ ਦੁਨੀਆ ਤੇ, ਜਾਂ ਕੋਈ ਵੀ ਤਲਕ ਹੈ, ਉਹ ਵੇ ਗਿਵ ਐਂਡ ਟੇਕ, ਬਿਲਕੁਲ। ਕਿ ਦੇਣ ਔਰ ਲੈਣ। ਇਹਦਾ ਮਤਲਬ ਇਹ ਨਹੀਂ ਕੋਈ ਇੱਜ਼ਤ ਤੁਹਾਡੀ ਕਰਦਾ ਤੇ ਤੁਸੀਂ ਅੱਗੋਂ ਉਹਨੂੰ ਕੋਈ ਗਲਤ ਕਰਕੇ ਦੱਸੋ ਕਿ ਅਸੀਂ ਤੇ ਇਸ ਤਰ੍ਹਾਂ ਵਾ। ਇਸ ਵਜ੍ਹਾ ਤੋਂ ਇੱਥੇ ਬਹੁਤ ਜ਼ਿਆਦਾ ਪ੍ਰੋਬਲਮ ਹੈ ਪਾਕਿਸਤਾਨੀ ਕਮਿਊਨਿਟੀ ਸਮੇਤ ਤਮਾਮ ਲੋਕਾਂ ਦੀ, ਜਿੰਨੇ ਤਾਰਕਿਨੇ ਵਤਨ ਨੇ। ਔਰ ਦੂਸਰੀ ਬਾਤ ਇਹ ਹੈ ਕਿ ਇੰਨੇ ਅਰਸੇ ਦੇ ਵਿੱਚ ਜਦੋਂ ਤੁਸੀਂ ਇਲਾਕੇ 'ਚ ਕੰਮ ਕਰ ਰਹੇ ਹੋ, ਕਦੀ ਇਸ ਤਰ੍ਹਾਂ ਹੋਇਆ ਕਿ ਕਿਸੇ ਗ੍ਰੀਕ ਨੇ ਤੁਹਾਡੇ ਨਾਲ ਬਦਤਮੀਜ਼ੀ ਕੀਤੀ ਹੋਈ ਜਾਂ ਤੁਹਾਨੂੰ ਦਸਤੋ ਗਿਰਬਾਨ ਹੋਇਆ ਹੈ? ਸਰ ਇੱਕ ਵਾਰੀ ਨਾ ਵਾਕਿਆ ਮੈਂ ਤੁਹਾਨੂੰ ਦੱਸਣਾ। ਇੱਕ ਵਾਰੀ ਨਾ ਜੁਮੇ ਵਾਲਾ ਦਿਨ ਸੀ ਤੇ ਉਹ ਬਾਜ਼ਾਰੀ ਸਾਡੀ ਜ਼ਿਆਦਾ ਵੱਡੀ ਹੁੰਦੀ ਹੈ, ਉੱਥੇ ਰਸ਼ ਕਾਫੀ ਹੁੰਦਾ ਹੈ। ਤੇ ਅਸੀਂ ਨਾ ਕੱਪੜੇ ਟੰਗੇ ਸਨ ਥੋੜ੍ਹੇ ਜਿਹੇ ਬਾਹਰ ਕਰਕੇ। ਇੱਕ ਸਿੱਧਰੋਂ ਸੀ ਲੋਹੇ ਦਾ ਰਾਡ ਹੁੰਦਾ ਇੱਕ, ਉਹਦੇ ਉੱਤੇ ਅਸੀਂ ਕੱਪੜੇ ਟੰਗੇ ਹਨ ਤੇ ਥੱਲੇ ਹੁੰਦੀ ਨਾ ਲੰਘਣ ਦਾ ਰਾਹ ਨਹੀਂ ਸੀ ਹੈ। ਉੱਥੋਂ ਇੱਕ ਨਾ ਬੰਦਾ, ਉਹਨੇ ਰੇਹੜੀ ਫੜੀ ਸੀ ਟਾਇਰਾਂ ਵਾਲੀ ਤੇ ਉਹ ਲੰਘ ਰਿਹਾ ਸੀ।
ਤੇ ਮੈਂ ਉਹਨੂੰ ਕਿਹਾ ਯਾਰ ਇੱਥੋਂ ਨਾ ਲੰਘ, ਇੱਥੋਂ ਲੰਘ ਜਾ, ਥੋੜਾ ਜਿਹਾ ਇਧਰੋਂ ਹੋ ਕੇ ਲੰਘ ਜਾ। ਉਹਨੇ ਨਾ ਆਖਿਆ ਤੂੰ ਕੌਣ ਹੁੰਦਾ ਮੇਰੇ ਇੰਝ ਆਖਣ ਵਾਲਾ, ਤੂੰ, ਉਹਨੇ ਮੇਰੇ ਨਾਲ ਥੋੜੀ ਬਹੁਤੀ ਨਾ ਉੱਚੀ ਆਵਾਜ਼ ਨਾਲ ਗੱਲ ਕੀਤੀ, ਯਾਨੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਹਾਂਜੀ। ਕੀਤੀ। ਲੇਕਿਨ ਮੈਂ ਸਾਈਡ ਤੇ ਹੋ ਗਿਆ, ਮੈਂ ਕਿਹਾ ਚੱਲ ਯਾਰ ਤੂੰ ਥੱਲਿਓਂ ਲੰਘ ਸਕਣਾ ਲੰਘ ਜਾ, ਮੈਂ ਤੇਰੇ ਫਾਇਦੇ ਵਾਸਤੇ ਪਿਆਨਾ ਹੈ, ਇਧਰੋਂ ਹੋ ਜਾ, ਸੌਖਾ ਲੰਘ ਜਦਾ। ਲੇਕਿਨ ਉਹ ਜਨਾਬ ਉਹਨੇ ਬਦਤਮੀਜ਼ੀ ਕੀਤੀ ਤੇ ਟੁਰ ਗਿਆ। ਠੀਕ 1 ਘੰਟੇ ਬਾਅਦ ਉਹ ਵਾਪਸ ਆਇਆ, ਉਹਨੇ ਮੈਨੂੰ ਢੂੰਡਿਆ, ਦੂਸਰੇ ਲੜਕੇ ਨੂੰ ਉਹਨੂੰ ਪੁੱਛਿਆ ਕਿ ਉਹ ਵਾਲਾ ਮੁੰਡਾ ਕਿੱਥੇ ਜਿਹਦੇ ਨਾਲ ਮੈਂ ਬੋਲਿਆ। ਉਹਨੇ ਫਿਰ ਦੱਸਿਆ ਕਿ ਉਹ ਵੇ। ਮੇਰੇ ਕੋਲ ਆਇਆ, ਉਹਨੇ ਮਾਜ਼ਰਤ ਕੀਤੀ, ਆਂਦਾ ਯਾਰ ਸੌਰੀ, ਮੈਨੂੰ ਉਸ ਵੇਲੇ ਗੁੱਸਾ ਚੜਿਆ ਸੀ ਤੇ ਮੈਨੂੰ ਤੇਰੇ ਨਾਲ ਇੰਜ ਨਹੀਂ ਸੀ ਕਰਨਾ ਚਾਹੀਦਾ ਤੇ ਤੂੰ ਮੈਨੂੰ ਮਾਫ ਕਰ ਦੇ। ਯਾਨੀ ਇਹ ਇੱਕ ਨਾਰਮਲ ਲਾਈਫ 'ਚ ਵੀ ਸਮ ਟਾਈਮ ਹੋ ਜਾਂਦਾ, ਬੰਦੇ ਦਾ ਮੂਡ ਨਹੀਂ ਹੁੰਦਾ। ਬਿਲਕੁਲ। ਉਸ ਤੋਂ ਬਾਅਦ ਉਸ ਦਿਨ ਤੋਂ ਬਾਅਦ ਉਹ ਬੰਦਾ ਜਿਸ ਵੇਲੇ ਵੀ ਮੈਨੂੰ ਮਿਲਦਾ ਕਾਲੀ ਮੇਰਾ ਮਾਰ ਕੇ ਜਾਂਦਾ, ਬੜੇ ਪਿਆਰ ਨਾਲ ਮਿਲ ਕੇ ਜਾਂਦਾ, ਸਲਾਮ ਦੁਆ ਕਰਕੇ ਜਾਂਦਾ। ਦੂਸਰੀ ਬਾਤ, ਤੁਹਾਡੀ ਤਾਲੀਮ ਕਿੰਨੀ ਹੈ? ਮੈਂ BA ਕੀਤੀ ਹਾਂ। ਜ਼ਿੰਦਾਬਾਦ। ਯਾਨੀ ਪੜ੍ਹੇ ਲਿਖੇ ਬੰਦੇ ਹੋ ਤੇ ਤੁਸੀਂ ਵੀ ਇਹ ਚੀਜ਼ ਨੂੰ ਅੰਡਰਸਟੈਂਡ ਕਰਕੇ ਬੈਠੇ। ਬਿਲਕੁਲ। ਤੇ ਇਹ ਗੱਲ ਹੈ ਕਿ ਤੁਸੀਂ ਕੀ ਸਮਝਦੇ ਹੋ ਕਿ ਯੂਨਾਨ ਦੇ ਲੋਕ ਵਾਕਈ ਹੀ ਤੁਹਾਨੂੰ ਬੜੇ ਅੱਛੇ ਨੇ? ਯਾਨੀ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਵਾਕਿਆ ਬਦਤਮੀਜ਼ੀ ਜਾਂ ਕੋਈ ਤੁਹਾਡੇ ਦਸਤੋਗੀਰਬਾਨ 8 ਸਾਲਾਂ 'ਚ ਨਹੀਂ ਹੋਇਆ? ਜੀ ਬਿਲਕੁਲ, ਮੇਰੇ ਨਾਲ ਐਸਾ ਕੋਈ ਵਾਕਿਆ ਨਹੀਂ ਹੋਇਆ। ਹਾਂ, ਇੱਕ ਵਾਰੀ ਮੈਂ ਨਾ ਟ੍ਰੇਨ ਵਿੱਚ ਸਾਂ ਤੇ ਉੱਥੇ ਲੜਕੇ ਸਨ 12-12 13-13 ਸਾਲ ਦੇ। ਉਹ ਫਿਰ ਪਤਾ ਤੁਹਾਨੂੰ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਦਾ ਹਾਈਪਰ ਹੀ ਹੁੰਦਾ ਮਾਈਂਡ, ਉਹ ਜੋ ਮਰਜ਼ੀ ਕਰਦੇ ਰਹਿੰਦੇ ਨੇ। ਉਹਨਾਂ ਜਨਾਬ ਨਕਾਬ ਪਾਏ ਸਨ ਟ੍ਰੇਨ ਦੇ ਵਿੱਚ। ਉਹ ਬੰਦ ਡੱਬਿਆਂ ਵਾਲੀ ਟ੍ਰੇਨ ਸੀ। ਇੱਕ ਤੇ ਹੁੰਦੀ ਹੈ ਨਾ ਸਿੱਧਾ ਹੀ ਹੁੰਦਾ ਫੁੱਲ ਟ੍ਰੇਨ ਜਿੱਥੇ ਮਰਜ਼ੀ ਜਾਓ, ਉਹ ਨਹੀਂ ਸੀ, ਦੂਜੀ ਬੰਦ ਡੱਬਿਆਂ ਵਾਲੀ ਸੀ। ਉਹ ਇੱਕ ਡੱਬੇ ਵਿੱਚ ਮੈਂ ਬਹਿ ਗਿਆ ਤੇ ਉੱਥੇ ਲੜਕੇ ਚੜ੍ਹ ਆਏ। ਉਹਨਾਂ ਆਖਿਆ ਤੂੰ ਪਾਕਿਸਤਾਨੀ ਹੈ? ਮੈਂ ਕਿਹਾ ਮੈਂ ਪਾਕਿਸਤਾਨੀ ਹਾਂ। ਉਹਨਾਂ ਜਨਾਬ ਮੇਰੇ ਨਾਲ ਛੇੜਛਾੜ ਕੀਤੀ ਤੇ ਫਿਰ ਉੱਥੇ ਹੋਰ ਵੀ ਬੰਦੇ ਬੈਠੇ ਹਨ। ਇੱਕ ਬਜ਼ੁਰਗ ਸੀ, ਉਹਨੇ ਕਿਹਾ ਹਾਂਜੀ ਗ੍ਰੀਕ ਲੋਕ ਬੈਠੇ ਹਨ। ਇੱਕ ਬਜ਼ੁਰਗ ਸੀ, ਉਹਨੇ ਉਹਨਾਂ ਬੱਚਿਆਂ ਨੂੰ ਆਖਿਆ ਕਿ ਯਾਰ ਤੁਸੀਂ ਕਿਉਂ ਇਹਨੂੰ ਛੇੜਦੇ ਹੋ ਪਏ, ਉਹ ਤੁਹਾਨੂੰ ਕੁਝ ਕਹਿੰਦਾ ਨਹੀਂ ਪਿਆ, ਤੁਸੀਂ ਉਹਨੂੰ ਕਿਉਂ ਤੰਗ ਕਰਦੇ ਹੋ ਪਏ? ਉਹਨੂੰ ਵੀ ਕਹਿੰਦੇ ਨੇ ਕਿ ਤੂੰ ਚੁੱਪ ਕਰ ਜਾ, ਤੈਨੂੰ ਅਸੀਂ ਤੰਗ ਕਰਨੇ ਆ। ਫਿਰ ਜਨਾਬ ਹੋਰ ਵੀ 2-3 ਬੰਦੇ ਆ ਗਏ, ਉਹਨਾਂ ਮੈਨੂੰ ਆਖਿਆ ਕਿ ਇੰਝ ਕਰ ਤੂੰ ਟ੍ਰੇਨ ਚੇਂਜ ਕਰ ਲੈ, ਇਹਨਾਂ ਤੇਰੀ ਜਾਨ ਨੂੰ ਛੱਡਣੀ। ਉਹ ਫਿਰ ਅਗਲੇ ਸਟਾਪ 'ਤੇ ਨਾ ਮੈਂ ਲੈ ਗਿਆ, ਟ੍ਰੇਨ ਚੇਂਜ ਕੀਤੀ ਤੇ ਮੇਰੇ ਨਾਲ ਉਹ ਜਿੰਨੇ ਵੀ ਕੋਈ ਬੰਦੇ ਬੈਠੇ ਹਨ ਨਾ ਸੁਲਝੇ ਹੋਏ, ਸਾਰੇ ਹੀ ਲੈ ਆਏ ਥੱਲੇ ਲੈ ਕੇ ਮੈਨੂੰ ਪੁੱਛਣ ਕਿ ਠੀਕ ਹੈ, ਮਸਲਾ ਪਰੇਸ਼ਾਨੀ ਤਾਂ ਨਹੀਂ? ਯਾਨੀ ਕਿ ਇੰਨੀ ਰਿਸਪੈਕਟ ਉਹਨਾਂ ਇੱਜ਼ਤ ਦਿੱਤੀ ਹੈ ਇੱਕ ਫਾਰਨਰ ਬੰਦੇ ਨੂੰ। ਬਿਲਕੁਲ। ਤੈਨੂੰ ਕੋਈ ਪਰੇਸ਼ਾਨੀ ਤਾਂ ਨਹੀਂ, ਕੋਈ ਟੈਨਸ਼ਨ ਨਹੀਂ? ਮੈਂ ਕਿਹਾ ਨਹੀਂ, ਮੈਨੂੰ ਕੋਈ ਮਸਲਾ ਨਹੀਂ, ਮੈਂ ਉਹਨਾਂ ਦਾ ਹੀ ਮਸਲਾ ਸੀ, ਮੈਂ ਟ੍ਰੇਨ ਚੇਂਜ ਕਰ ਲਈ। ਤੇ ਇੱਕ ਦੋ ਨਾ ਮੇਰੀ ਉਮਰ ਦੇ ਹੋਰ ਵੀ 2-3 ਲੜਕੇ ਸਨ, ਉਹਨਾਂ ਵਿੱਚੋਂ ਇੱਕ ਬੋਲਿਆ ਕਿ ਯਾਰ ਮੈਂ ਵੀ ਇਹਨਾਂ ਵਾਸਤੇ ਹੀ ਟ੍ਰੇਨ ਚੇਂਜ ਕੀਤੀ ਹੈ। ਯਾਨੀ ਕਿ ਗ੍ਰੀਕ ਲੋਕ ਵੀ ਤੰਗ ਹੋ ਗਏ ਟ੍ਰੇਨ ਚੇਂਜ ਕਰ। ਮੈਂ ਇਹਨਾਂ ਵਾਸਤੇ ਟ੍ਰੇਨ ਚੇਂਜ ਕੀਤੀ ਹੈ, ਵੈਸੇ ਮੈਂ ਵੀ ਅੱਗੇ ਜਾਣਾ ਸੀ। ਬਾਤ ਉਹੀ ਹੋ ਗਈ ਨਹੀਂ ਭਾਈ ਕਿ ਸਾਰੇ ਮੁਆਸ਼ਰੇ ਦੇ ਵਿੱਚ ਅੱਛੇ ਔਰ ਬੁਰੇ ਲੋਕ ਪਾਏ ਜਾਂਦੇ ਹਨ, ਜਿਸ ਤਰ੍ਹਾਂ ਪੰਜੇ ਉਂਗਲਾਂ ਇੱਕੋ ਜੈਸੀਆਂ ਨਹੀਂ। ਲੇਕਿਨ ਫਿਰ ਵੀ ਬੜੀ ਅੱਛੀ ਬਾਤ ਹੈ ਕਿ ਵੇਖੋ ਗ੍ਰੀਕ ਲੋਕ ਵੀ ਸਟੈਂਡ ਲੈ ਲੈਂਦੇ ਨੇ ਕਿ ਇਸ ਬੰਦੇ ਨਾਲ ਜ਼ੁਲਮ ਔਰ ਜ਼ਿਆਦਤੀ ਹੋ ਰਹੀ ਹੈ, ਔਰ ਸਾਡੀ ਆਵਾਮ ਨੂੰ ਇਸ ਬਾਤ ਤੋਂ ਸਿੱਖਣਾ ਚਾਹੀਦਾ ਹੈ ਕਿ ਯੂਨਾਨ ਦੇ ਅੰਦਰ ਅਗਰ ਕੋਈ ਹਾਦਸਾ ਪੇਸ਼ ਆ ਜਾਂਦਾ ਨਾ ਤੇ ਬੰਦੇ ਦੀ ਉੱਥੇ ਜਾਂ ਤਾਂ ਮਿਸਟੇਕ ਹੁੰਦੀ ਹੈ। ਅਗਰ ਤੁਹਾਡੀ ਮਿਸਟੇਕ ਨਹੀਂ ਨਾ ਹੁੰਦੀ ਤੇ ਮੇਰੇ ਖਿਆਲ ਦੇ ਨਾਲ ਉਹ ਮਾਮਲਾ ਤੇ ਸੁਲਝਾਉਣ ਵਾਸਤੇ ਬੇਸ਼ੁਮਾਰ ਲੋਕ ਤੁਹਾਡੇ ਕੰਧੇ ਨਾਲ ਕੰਧਾ ਮਿਲਾ ਕੇ ਖਲੋ ਜਾਂਦੇ ਨੇ ਔਰ ਬਾਤ ਕਰਦੇ ਨੇ। ਤੇ ਅੱਛਾ ਨਹੀਂ ਭਾਈ, ਹੁਣ ਯੂਨਾਨ ਦੇ ਅੰਦਰ ਤੁਸੀਂ 8 ਸਾਲ ਗੁਜ਼ਾਰ ਦਿੱਤੇ ਨੇ ਤੇ 8 ਸਾਲ ਤੋਂ ਬਾਅਦ ਅਗਲਾ ਕੀ ਤੁਹਾਡਾ ਐਕਸਪੀਰੀਅੰਸ, ਕੀ ਸੈਟਅਪ ਹੈ? ਕਿ ਆਪਣਾ ਕੋਈ ਕਾਰੋਬਾਰ ਕਰਨਾ ਹੈ ਕਿ ਜਾਂ ਇਸ ਤਰ੍ਹਾਂ ਹੀ ਹਾਲੇ ਚੱਲਣਾ ਚਾਹੁੰਦੇ ਹੋ? ਜੀ ਇਨਸ਼ਾਅੱਲਾ ਮੈਂ ਆਪਣਾ ਕਾਰੋਬਾਰ ਸ਼ੁਰੂ ਕਰਨਾ। ਮੈਂ ਸੋਚ ਰਿਹਾ ਹਾਂ ਇਸ ਜਿਹੜਾ ਨਾ ਨਿਜ਼ਾਮ ਤੇ ਕੋਈ ਨਿਜ਼ਾਮ ਇਨਸ਼ਾਅੱਲਾ ਆਪਣਾ ਬਣਾਉਣਾ ਹੈ। ਯਾਨੀ ਕਿ ਹੁਣ ਜਿੰਨੀ ਇੱਥੇ ਨਵੀਂ ਯੂਥ ਹੈ ਜਾਂ ਪੁਰਾਣੇ ਜੀ ਨੇ ਜਿਨ੍ਹਾਂ ਅਰਸਾ ਜ਼ਿੰਦਗੀ ਕੱਢ ਦਿੱਤੀ ਹੈ ਤੇ ਹਾਲੇ ਵੀ ਮਜ਼ਦੂਰੀ ਕਰ ਰਹੇ, ਉਹਨਾਂ ਨੂੰ ਵੀ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕਾਰੋਬਾਰ ਦੀ ਤਰਫ ਮੂਵ ਕਰਨ ਕਿ ਜਾਂ ਸਿਰਫ ਇੰਝ ਹੀ ਚੱਲਦਾ ਰਹੇ ਜਿਸ ਤਰ੍ਹਾਂ ਚੱਲ ਰਿਹਾ ਯਾਨੀ ਦਿਹਾੜੀਆਂ ਤੇ? ਵੇਖੋ ਜੀ, ਕੁਝ ਬੰਦੇ ਹੁੰਦੇ ਨੇ ਉਹ ਨਾ ਉਹਨਾਂ ਦਾ ਹੋਰ ਕੋਈ ਨਿਜ਼ਾਮ ਜਿਹੜਾ ਨਾ ਹੁੰਦਾ ਨਹੀਂ ਹੈ, ਕੋਈ ਹੋਰ ਸਪੋਰਟ ਨਹੀਂ ਹੁੰਦੀ ਉਹਨਾਂ ਨੂੰ। ਲੇਕਿਨ ਮੈਨੂੰ ਮੇਰੇ ਭਰਾਵਾਂ ਦੀ ਸਪੋਰਟ ਹੈ, ਅਲਹਮਦੁਲਿਲਾ, ਮੈਨੂੰ ਇਹਦੇ 'ਤੇ ਬੜਾ ਫਖਰ ਹੈ ਤੇ ਮੈਂ ਕਰ ਸਕਣਾ ਵਾਂ। ਕੁਝ ਬੰਦੇ ਹੁੰਦੇ ਨੇ ਇਕੱਲੇ ਬੰਦੇ ਹੁੰਦੇ ਨੇ ਕਿ ਉਹ ਅੱਗੇ ਪਿੱਛੇ ਕੁਝ ਨਹੀਂ ਕਰ ਸਕਦੇ, ਸਿਰਫ ਆਪਣੇ ਫੈਮਿਲੀ ਦਾ ਹੀ ਗੁਜ਼ਾਰਾ ਕਰਦੇ ਨੇ ਤੇ ਉਹ ਫਿਰ ਅੱਗੇ ਨਹੀਂ ਵੱਧ ਸਕਦੇ। ਬਹਰਹਾਲ ਜਿਨ੍ਹਾਂ ਕੋਲ ਅਪਰਚੁਨਿਟੀਜ਼ ਹੁੰਦੀਆਂ ਨੇ, ਜਿਕਣ ਮੇਰੇ ਕੋਲ ਮੇਰੇ 2 ਭਾਈ ਨੇ ਅਲਹਮਦੁਲਿਲਾ, ਕਮਾਉਂਦੇ ਨੇ, ਸੋਹਣਾ ਕਮਾਉਂਦੇ ਨੇ, ਖਾਂਦੇ ਨੇ ਤੇ ਮੈਂ ਉਹਨਾਂ ਦੀ ਸਪੋਰਟ 'ਤੇ ਕਰ ਸਕਣਾ। ਯਾਨੀ ਕਿ ਕਾਰੋਬਾਰ ਵੱਲ ਆਉਣਾ ਚਾਹੀਦਾ, ਮੈਂ ਕਰਨਾ ਆਉਣਾ ਚਾਹੀਦਾ, ਕਾਰੋਬਾਰ ਵੱਲ ਆਉਣਾ ਚਾਹੀਦਾ। ਬੜਾ ਵਧੀਆ ਬੰਦਾ ਕਾਰੋਬਾਰ ਕਰ ਸਕਦਾ। ਇੱਥੇ ਜਿਨ੍ਹਾਂ ਬਣਾਏ ਨੇ ਉਹ ਬੜੇ ਤਗੜੇ ਸੈੱਟ ਨੇ। ਅੱਛਾ, ਹੁਣ ਪਾਕਿਸਤਾਨ ਤੋਂ ਬੜੀ ਆਵਾਮ ਐਸੀ ਵੀ ਨਹੀਂ ਤੁਹਾਡੀ ਦੋਸਤ ਜਾਂ ਕੋਈ ਅਜ਼ੀਜ਼ ਰਿਸ਼ਤੇਦਾਰ ਜਾਂ ਕੋਈ ਭਾਈ ਤੁਹਾਡੇ ਕਿ ਯਾਰ ਤੂੰ ਤੁਰ ਗਿਆ ਸਾਨੂੰ ਵੀ ਯੂਰਪ ਸੱਦ ਲੈ, ਹੈ ਨਾ ਕੋਈ? ਬਿਲਕੁਲ ਹੈ ਨੇ, ਲੇਕਿਨ ਮੈਂ ਉਹਨਾਂ ਨੂੰ ਇੱਕ ਹੀ ਗੱਲ ਆਨਾ ਕਿ ਯਾਰ ਉੱਥੇ ਤੇ ਉੱਠੀਦਾ ਸੀ 10-11 ਵਜੇ, ਉਹ ਵੀ ਮੇਰੀ ਧੱਕੇ ਨਾਲ ਉਠਾਉਂਦੇ ਸਨ, ਉੱਠ ਤਾਂ ਰੋਟੀ ਖਾ ਲੈ। ਤੇ ਇੱਥੇ ਭਾਈ ਜੀ 4 ਵਜੇ ਉੱਠਣਾ ਪੈਂਦਾ ਜੇ, ਸਵੇਰ 4 ਵਜੇ ਤੋਂ ਲੈ ਕੇ ਸ਼ਾਮੀ 5 ਵੱਜ ਜਾਣ, 6 ਵੱਜ ਜਾਣ, 7 ਵੱਜ ਜਾਣ, ਕੋਈ ਪਤਾ ਨਹੀਂ। ਤੇ ਜਿਸ ਜਗ੍ਹਾ ਤੇ ਤੁਸੀਂ ਰਹਿੰਦੇ ਹੋ, ਜਿਹੜੇ ਬੰਦਿਆਂ ਦੇ ਨਾਲ ਰਹਿੰਦੇ ਹੋ, ਜਿਸ ਟਾਈਮ ਖਾਣਾ ਵਗੈਰਾ ਬਣਾਉਂਦੇ ਹੋ, ਰੋਟੀ ਕੌਣ ਬਣਾਉਂਦਾ ਹੈ?
ਰੋਟੀ ਸਾਰੇ ਅਸੀਂ ਰਲ ਮਿਲ ਕੇ ਬਣਾਉਂਦੇ ਹਾਂ, ਕੋਈ ਸਬਜ਼ੀ ਕੱਟਦਾ, ਕੋਈ ਤੁਹਾਨੂੰ ਆਟਾ ਰੋਟੀ ਗੁੰਨਦਾ। ਬਣਾਉਣ ਦੀ ਜਾਚ ਹੈ? ਹਾਂਜੀ, ਮੈਂ ਵੀ ਬਣਾ ਤੇ ਲੈਂਦਾ। ਜਦੋਂ ਰੋਟੀਆਂ ਸੇਕਦੇ ਹੋ ਮਾਂ ਦੀ ਤਾਂ ਯਾਦ ਆਉਂਦੀ ਹੈ ਕਿ ਨਹੀਂ? ਬਿਲਕੁਲ ਆਂਦੀ, ਕਿਉਂ ਨਹੀਂ ਆਂਦੀ। ਕੀ ਸੋਚਦੇ ਹੋ? ਇਹ ਹੀ ਸੋਚੀਦਾ ਕਦੀ ਪੱਕੀ ਪਕਾਈ ਲੱਭਦੀ ਹੁੰਦੀ ਸੀ, ਹੁਣ ਆਪੇ ਪਕਾਣੀ ਪੈਂਦੀ। ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਦਿਹਾੜੀ ਲਾ ਕੇ ਆਵੀ ਦੀ ਹੈ, ਇੰਨਾ ਮਹਿਸੂਸ ਨਹੀਂ ਹੁੰਦਾ। ਜਿਸ ਵੇਲੇ ਘਰ ਆ ਕੇ ਆਂਡੀ ਰੋਟੀ ਕਰਨੀ ਪੈਂਦੀ ਹੈ ਨਾ, ਉੱਥੇ ਮਰੇ ਪੈ ਜਾਂਦੀ, ਕਿ ਮੁਸ਼ਕਲ ਹੈ? ਮੁਸ਼ਕਲ ਹੈ, ਉੱਥੇ ਬਸ ਹੋ ਜਾਂਦੀ। ਤੇ ਵਾਲਦਾ ਨੂੰ ਵੀ ਇਹ ਸਾਰੀਆਂ ਪ੍ਰੋਬਲਮਾਂ ਮੁਸੀਬਤਾਂ ਦੱਸ ਦਿਓ ਕਿ ਇਸ ਨਹੀਂ, ਇਸ ਪੋਜੀਸ਼ਨ 'ਚ ਬੰਦਾ ਗੁਜ਼ਰਦਾ ਹੈ। ਮੈਂ ਉਹਨਾਂ ਨਾਲ ਕਦੀ ਐਸੀ ਕੋਈ ਮੱਠੀ ਗੱਲ ਨਹੀਂ ਕੀਤੀ, ਕਿਉਂਕਿ ਉਹ ਪਰੇਸ਼ਾਨ ਹੋ ਜਾਂਦੇ ਨੇ। ਤੇ ਕਿਉਂ ਤੇ ਨਹੀਂ ਮੈਂ ਸ਼ੇਅਰ ਇਹ ਵੀ ਨਹੀਂ ਚਾਹੁੰਦਾ ਕਿ ਮੇਰੀ ਉਹ ਵੀਡੀਓ ਵੇਖਣ। ਕਿਉਂ? ਬਹਰਹਾਲ ਨਹੀਂ ਦੱਸਣਾ ਚਾਹੀਦਾ, ਕਿਉਂ ਉਹ ਪਰੇਸ਼ਾਨ ਹੋ ਜਾਂਦੇ ਨੇ, ਵਡੇਰੇ ਨੇ, ਤੇ ਤੁਹਾਨੂੰ ਪਤਾ ਮਾਵਾਂ ਦੇ ਦਿਲ ਕਿੰਝ ਦੇ ਹੁੰਦੇ ਨੇ ਫਿਰ। ਤੇ 8 ਸਾਲ ਗੁਜ਼ਰ ਗਏ ਨੇ ਤੇ ਹੁਣ ਆਂਦੇ ਤੇ ਹੋਣੇ ਨੇ ਵਾਪਸ। ਬਿਲਕੁਲ ਆਂਦੇ ਨੇ, ਲੇਕਿਨ ਮੈਂ ਉਹ ਤਾਂ ਸਾਰੇ ਤੇ ਵਾਲਦੈਨ ਆਂਦੇ ਨੇ, ਲੇਕਿਨ ਇਹ ਬੰਦੇ ਨੂੰ ਫਿਰ ਬੰਦਾ ਖੁਦ ਹੀ ਆਂਦਾ ਕਿ ਮੈਨੂੰ ਇਹ ਪ੍ਰੋਬਲਮ, ਬੰਦਾ ਕੋਈ ਬਹਾਨੇ ਲਾਉਂਦਾ ਹੈ। ਹਾਂਜੀ ਤੇ ਹਾਲੇ 8 ਸਾਲ ਤੋਂ ਬਹਾਨੇ ਲਾ ਰਹੇ ਹੋ। ਬਿਲਕੁਲ ਬਹਾਨੇ ਹੀ ਲਾ ਰਹੇ ਹਾਂ ਫਿਲਹਾਲ। ਨਹੀਂ, ਇਨਸ਼ਾਅੱਲਾ ਹੁਣ ਪਲਾਨ ਹੈ ਕਿ ਜਨਵਰੀ ਤੋਂ ਬਾਅਦ ਇਨਸ਼ਾਅੱਲਾ ਜਾਵਾਂਗੇ, ਚੱਕਰ ਲਾਵਾਂਗੇ ਜਾ। ਚਲੋ ਅੱਲਾਹ ਤਾਲਾ ਹੀ ਜ਼ਾਤ ਤੁਹਾਨੂੰ ਕਾਮਯਾਬ ਕਰੇ। ਸਾਡੀਆਂ ਦੁਆਵਾਂ ਨੇ ਬੈਸਟ ਵਿਸ਼ੇਸ਼ ਤੁਹਾਡੇ ਵਾਸਤੇ। ਸ਼ੁਕਰੀਆ ਜਨਾਬ। ਤੇ ਐਂਡ ਦਾ ਸਵਾਲ ਤੁਹਾਡੇ ਨਾਲ ਕਿ ਨਈਮ ਸਾਹਿਬ ਕਰਨਾ ਚਾਹੁੰਦੇ ਹੋ ਹੈ ਕਿ ਅਗਰ ਤੁਸੀਂ ਪਾਕਿਸਤਾਨ ਜਾਂਦੇ ਹੋ ਤੇ ਤੁਹਾਨੂੰ ਅਗਰ ਕੋਈ ਦੋਸਤ ਅਜ਼ੀਜ਼ ਸਾਰੇ ਆਂਦੇ ਨੇ ਯਾਰ ਸਾਨੂੰ ਬਾਹਰ ਖਾੜੇ ਜਾਂ ਅਸਾਂ ਬਾਹਰ ਜਾਣਾ, ਤੇ ਤੁਸੀਂ ਉਹਨਾਂ ਨੂੰ ਕੀ ਮਸ਼ਵਰਾ ਦਿਓਗੇ? ਯਾਨੀ ਆਪਣਾ 8 ਸਾਲ ਦਾ ਐਕਸਪੀਰੀਅੰਸ ਵਿਦਨ ਡੰਕੀ, ਯਾਨੀ ਸਾਰੀਆਂ ਮੁਸੀਬਤਾਂ ਐਡ ਕਰਕੇ ਜਮਾ ਮਨਫੀ ਕਰਕੇ ਤੇ ਜ਼ਰਬ ਮਾਰ ਕੇ ਤੇ ਐਂਡ ਦਾ ਮੈਸੇਜ ਉਹਨਾਂ ਨੂੰ ਕੀ ਦਿਓਗੇ ਕਿ ਬਾਹਰ ਜਾਣ ਜਾਂ ਘਰ ਰਹਿਣ ਆਪਣੀ ਫੈਮਿਲੀ ਦੇ ਨਾਲ ਔਰ ਮਾਂ ਬਾਪ ਦੀ ਖਿਦਮਤ ਕਰਨ? ਸਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਦੇ ਕੋਲੋਂ ਸਾਰੇ ਪੈਸੇ ਖੋਹ ਲਵਾਂ, ਉਹਦੇ ਕੋਲ ਮੋਬਾਈਲ ਖੋਹ ਲਵਾਂ ਤੇ ਉਹਨੂੰ ਛੱਡ ਆਵਾਂ ਕਿਧਰੇ ਨਾ ਰੇਗਿਸਤਾਨ ਵਿੱਚ, ਬਲੋਚਿਸਤਾਨ ਨਾਲ। ਮੈਂ ਉਹਨੂੰ ਆਖਾਂ ਕਿ ਇੱਥੇ 10 ਦਿਨ ਕੱਢਿਆ ਤੇ ਫਿਰ ਮੈਂ ਤੈਨੂੰ ਬਾਹਰ ਲੈ ਜਾਂਦਾ। ਯਾਨੀ ਕਿ ਅਗਰ ਉੱਥੇ 10 ਦਿਨ ਕੱਢ ਜਾਂਦੇ ਫਿਰ ਇਸ ਕਾਬਲ ਹੈ ਬੰਦਾ। ਬਿਲਕੁਲ। ਉਹਦੀ ਵਜ੍ਹਾ ਕੀ ਹੈ? ਰੇਗਿਸਤਾਨ 'ਚ ਛੱਡ ਆਓਗੇ ਤੁਸੀਂ, ਉਹਦੀ ਵਜ੍ਹਾ ਕੀ ਹੈ? ਯਾਨੀ ਦੇਖੋ ਜਿਹੜਾ ਬੰਦਾ ਜ਼ੀਰੋ ਤੋਂ ਖਾ ਪੀ ਸਕਦਾ ਨਾ, ਜ਼ੀਰੋ ਤੋਂ ਸ਼ੁਰੂ ਹੋ ਕੇ, ਜ਼ਾਹਿਰੀ ਗੱਲ ਹੈ ਉਹਨੇ ਕੁਝ ਕਰਨਾ ਤੇ ਪੈਸੇ ਕਮਾਣੇ ਨੇ ਰੋਟੀ ਖਾਣ ਵਾਸਤੇ। ਜੇ ਉਹ ਬੰਦਾ ਉੱਥੇ 10 ਦਿਨ ਕੱਢ ਲਵੇ ਦਾ ਨਾ, ਤੇ ਫਿਰ ਉਹ ਬਾਹਰ ਦੇ ਕਾਬਲ ਹੈ। ਨਹੀਂ ਤੇ ਇੱਥੇ ਮੈਂ ਬੜੇ ਬੰਦੇ ਵੇਖੇ ਨੇ ਜਿਹੜੇ ਆਉਂਦੇ ਨੇ 2 ਮਹੀਨੇ 4 ਮਹੀਨੇ ਰਹਿ ਕੇ ਤੇ ਮੈਂ ਪਾਕਿਸਤਾਨ ਜਾਣਾ, ਮੇਰਾ ਇੱਥੇ ਦਿਲ ਨਹੀਂ ਲੱਗਦਾ, ਮੈਨੂੰ ਅੰਮੀ ਦੀ ਯਾਦ ਆਉਂਦੀ ਹੈ, ਉੱਪ ਜਾਂਦੇ ਨਹੀਂ, ਇੰਨੇ ਪੈਸੇ ਖਰਚ ਕਰਕੇ ਤੇ ਉੱਪ ਜਾਂਦੇ ਨੇ। ਲਓ ਜੀ, ਇਹ ਸਨ ਸਾਡੇ ਨਈਮ ਭਾਈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਐਕਸਪੀਰੀਅੰਸ ਡੰਕੀ ਤੋਂ ਲਾ ਕੇ ਤੇ 8 ਸਾਲ ਦਾ ਐਕਸਪੀਰੀਅੰਸ ਜਿਹੜਾ ਕੰਮ ਕਰਦੇ ਨੇ ਉਹਦੇ ਰਿਲੇਟਡ ਸਾਰਾ ਕੁਝ ਸਾਰੇ ਆਵਾਮ ਨਾਲ ਸ਼ੇਅਰ ਕੀਤਾ ਹੈ। ਸਾਡਾ ਮਤਲਬ ਔਰ ਮਕਸਦ ਸਿਰਫ ਇੰਨਾ ਕਿ ਜਿੰਨੇ ਵੀ ਸਾਡੇ ਵੀਰ ਭਰਾ ਵੀਡੀਓ ਨੂੰ ਵੇਖ ਰਹੇ ਹੋ, ਤਾਂ ਕਿ ਦੂਸਰਿਆਂ ਬੰਦਿਆਂ ਨੂੰ ਵੀ ਥੋੜ੍ਹਾ ਜਿਹਾ ਨੌਲੇਜ ਆਏ, ਥੋੜ੍ਹਾ ਜਿਹਾ ਉਹਨਾਂ ਦਾ ਜ਼ਿਹਨ ਖੁੱਲੇ ਕਿ ਵਾਕਈ ਹੀ ਤੁਸੀਂ ਅਗਰ ਪ੍ਰਦੇਸ਼ 'ਚ ਆ ਜਾਂਦੇ ਹੋ ਨਾ, ਜ਼ਰੂਰੀ ਨਹੀਂ ਯੂਨਾਨ ਹੀ, ਕਿਸੇ ਵੀ ਦੁਨੀਆ ਦੇ ਕੋਨੇ ਤੇ ਜਾਂਦੇ ਹੋ ਤੁਸੀਂ, ਪਾਕਿਸਤਾਨ ਨੂੰ ਛੱਡ ਕੇ, ਆਪਣੇ ਵਾਲਦੈਨ ਛੱਡ ਕੇ, ਬੀਵੀ ਬੱਚੇ ਛੱਡ ਕੇ, ਭੈਣਾਂ ਭਰਾ ਛੱਡ ਕੇ, ਤੇ ਤੁਹਾਡਾ ਇੱਕ ਹੀ ਗੋਲ ਹੋਣਾ ਚਾਹੀਦਾ ਜ਼ਿੰਦਗੀ ਦਾ ਔਰ ਇੱਕ ਹੀ ਮਿਸ਼ਨ ਹੋਣਾ ਚਾਹੀਦਾ। ਤੁਸੀਂ ਆਪਣੇ ਆਪ ਨੂੰ ਸਕਸੈਸਫੁਲ ਕਰਨਾ ਹੈ, ਕਾਮਯਾਬ ਕਰਨਾ ਹੈ। ਅਗਰ